ਸਤਿ ਸ਼੍ਰੀ ਅਕਾਲ, ਸ਼ਾਹਦ ਗਿਰੀ ਸਤਿ ਸ਼੍ਰੀ ਅਕਾਲ ਤੇ ਜਿਸ ਦਾ ਨਾਮ ਹੈ ਦ ਗੁਰਲੀਨ ਕੌਰ ਸ਼ੋ। ਮੈਂ ਹਾਂ ਗੁਰਲੀਨ ਕੌਰ ਐਂਡ ਅੱਜ ਮੇਰੇ ਨਾਲ ਜਿਹੜੀ ਫਨਕਾਰਾ ਹੋਣ ਵਾਲੀ ਹੈ ਜਿਹੜੀ ਬੈਠੀ ਹੈ ਉਹਦੀ ਆਲਰੇਡੀ ਇੱਕ ਬੜੀ ਪਿਆਰੀ ਜੀ ਆਵਾਜ਼ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ ਆ ਚੁੱਕਿਆ ਹੈ ਤੇ ਸ਼ੁਰੂਆਤ ਕਰਦੇ ਹਾਂ ਉਸੇ ਗੀਤ ਤੋਂ ਐਂਡ ਉਹਦੇ ਬਾਅਦ ਮੈਂ ਤੁਹਾਡੇ ਬਾਰੇ ਦੱਸਾਂਗੀ ਕਿਉਂਕਿ ਇੱਕ ਛੁਪਿਆ ਹੋਇਆ ਰਾਜ਼ ਵੀ ਇਹਨਾਂ ਬਾਰੇ ਹੈਗਾ ਜਿਹੜਾ ਮੈਂ ਇੰਟਰਵਿਊ ਦੇ ਤਕਰੀਬਨ ਐਂਡ ਤੱਕ ਹੀ ਆਪਣੇ ਵਿੱਚ ਲੁਕੋ ਕੇ ਰੱਖੂੰਗੀ ਤੇ ਫਿਰ ਬਿਆਨ ਕਰੂੰਗੀ ਕਿ ਐਕਚੁਅਲੀ ਹੈ ਕੌਣ ਨੇ। ਬਟ ਫਿਲਹਾਲ ਅਸੀਂ ਬਤੌਰ ਇੱਕ ਆਰਟਿਸਟ ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਸੋ ਫਿਲਹਾਲ ਸ਼ੁਰੂ ਕਰਦੇ ਹਾਂ ਤੁਹਾਡੇ ਪਹਿਲੇ ਗਾਣੇ ਤੋਂ। ਬਿਲਕੁਲ, ਜਿਹੜਾ ਤੁਹਾਡਾ ਗਾਣਾ ਸੀਗਾ ਉਹ ਥੋੜਾ ਗੁੰਗੁਨਾਓ ਤੇ ਉਸ ਗਾਣੇ ਬਾਰੇ ਸਾਨੂੰ ਦੱਸੋ। ਮੈਂ ਚਮਕੀਲੀ ਚੰਨ ਤੋਂ ਹੋ, ਮੈਂ ਆਏ ਲੰਮੀ ਗੰਨ ਤੋਂ ਹੋ, ਉਹ ਫੁੱਲਾਂ ਜਿਹੀ ਉਤੋਂ ਦਿਲ ਪਿਆ ਨਿਹਾਰੇ, ਪਰ ਮੈਨੂੰ ਭੈੜੇ ਭੈੜੇ ਕਰਦੇ ਇਸ਼ਾਰੇ, ਮੇਰੇ ਉੱਤੇ ਮਰਦੇ ਆ ਬੱਦਲ ਵਿਚਾਰੇ, ਮੈਨੂੰ ਅੱਖਾਂ ਮਾਰਦੇ ਆ ਅੰਬਰਾਂ ਦੇ ਤਾਰੇ। ਹਾਓ ਮੇਰੇ 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 ਉਹ ਲੱਕ ਦੇ ਹੁਲਾਰੇ ਹੁਲਾਰੇ ਹੁਲਾਰੇ, ਮੈਂ ਮਾਰੇ ਮੁੰਡੇ ਸਾਰੇ 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 ਹੋ ਗੱਭਰੂ ਕੁਵਾਰੇ। ਹਾਓ ਮੇਰੇ 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 ਉਹ ਲੱਕ ਦੇ ਹੁਲਾਰੇ ਹੁਲਾਰੇ ਹੁਲਾਰੇ, ਮੈਂ ਮਾਰੇ ਮੁੰਡੇ ਸਾਰੇ 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 ਹੋ ਗੱਭਰੂ ਕੁਵਾਰੇ। Voila! Indeed ਮਾਰੇ ਹੋਣੇ ਤੁਸੀਂ। How sweet! What an energy! Very nice! ਯਾਨੀ ਜਦੋਂ ਤੁਸੀਂ ਗੱਲ ਕਰ ਰਹੇ ਸੀ ਨਾ ਮੇਰੇ ਨਾਲ ਪਹਿਲਾਂ ਤਾਂ ਮੈਨੂੰ ਲੱਗਿਆ ਬੜੀ ਸਬਲਾਈਮ ਜੀ ਕੁੜੀ ਹੋਏਗੀ ਨੋ ਜੀ ਹਾਂਜੀ, ਬਟ ਜਦੋਂ ਗਾਣਾ ਸ਼ੁਰੂ ਹੋਇਆ I could see that power coming in. So ਕਦੋਂ ਤੋਂ ਤੁਸੀਂ ਰਿਆਜ਼ ਕਰ ਰਹੇ ਹੋ, ਕਦੋਂ ਤੋਂ ਗਾਇਕੀ ਸ਼ੁਰੂ ਹੋਈ? ਹਲੇ ਨਹੀਂ ਰਿਵੀਲ ਕਰਨਾ ਕਿਉਂ ਸ਼ੁਰੂ ਹੋਈ, ਬਟ ਇਹ ਦੱਸੋ ਕਿ ਤੁਸੀਂ ਗਾਇਕੀ ਕਦੋਂ ਸ਼ੁਰੂ ਕੀਤੀ? I think ਸੁਰ ਤਾਂ ਮਤਲਬ ਇਟਸ ਅ ਗॉड ਗਿਫਟ ਤੇ ਬਚਪਨ ਤੋਂ ਹੀ ਨਾ ਆਪਣੇ ਅੰਦਰ ਇੱਕ ਸਮਝ ਆ ਜਾਂਦੀ ਹੈ ਜਦੋਂ ਆਪਾਂ ਗੁਣਗੁਣਾਉਣਾ ਸ਼ੁਰੂ ਕਰ ਦਿੰਦੇ ਹਾਂ। ਤੇ ਜਦੋਂ ਮੈਂ ਛੋਟੇ ਹੁੰਦੇ ਗਾਣਾ ਸ਼ੁਰੂ ਕੀਤਾ ਤੇ ਮੈਨੂੰ ਉਸ ਚੀਜ਼ ਦੀ ਅਟੈਂਸ਼ਨ ਬਹੁਤ ਮਿਲੀ। ਪਹਿਲਾਂ ਮੈਨੂੰ ਲੱਗਦਾ ਸੀ ਕਿ ਇਟਸ ਦ ਸੇਮ ਥਿੰਗ ਐਵਰੀਬਾਡੀ ਸਿੰਗਸ ਅਰਾਊਂਡ ਮੀ। ਸੋ ਵੈਨ ਆਈ ਵੈਂਟ ਟੂ ਦ ਸਕੂਲ ਤੇ ਉੱਥੇ ਮੈਨੂੰ ਸਾਰਿਆਂ ਨੇ ਕਹਿਣਾ ਕਿ ਸ਼ਾਹਦ ਚੱਲ ਇੱਕ ਗਾਣਾ ਗਾ ਕੇ ਸੁਣਾ। ਤੇ ਫਿਰ ਮੈਨੂੰ ਮੇਰੀ ਮਿਊਜ਼ਿਕ ਟੀਚਰ ਨੇ ਬਹੁਤ ਪੁਸ਼ ਕੀਤਾ। ਉੱਥੇ ਸਾਰਿਆਂ ਨੇ ਕਹਿਣਾ ਕਿ ਨਹੀਂ ਸ਼ਾਹਦ ਤੋਂ ਗਾਣਾ ਗਵਾਈਏ, ਸ਼ਾਹਦ ਤੋਂ ਪਰਫਾਰਮੈਂਸ ਕਰਾਈਏ। ਸੋ ਦੈਟਸ ਵੈਨ ਆਈ ਰਿਅਲਾਈਜ਼ਡ ਕਿ ਆਹ ਚੀਜ਼ ਸਾਰਿਆਂ ਕੋਲ ਨਹੀਂ ਹੈ, ਬਿਲਕੁਲ, ਕਿ ਇਟਸ ਅ ਗਿਫਟ ਫਰਮ ਗॉड ਐਂਡ ਦੈਟਸ ਵੈਨ ਆਈ ਰਿਅਲਾਈਜ਼ਡ ਕਿ ਆਈ ਐਮ ਬਲੈਸਡ। ਐਂਡ ਆਫ ਕੋਰਸ ਉਹ ਚੀਜ਼ ਆਪਾਂ ਹਜੇ ਬੋਲਾਂਗੇ ਨਹੀਂ, ਇਟਸ ਗੋਨਾ ਕਮ ਐਟ ਦੀ ਐਂਡ ਆਫ ਦੀ ਇੰਟਰਵਿਊ। ਅੱਛਾ, ਜਦੋਂ ਸਕੂਲ 'ਚ ਫਰਮਾਇਸ਼ ਆਉਂਦੀ ਸੀ ਤੇ ਸਭ ਤੋਂ ਜ਼ਿਆਦਾ ਕਿਹੜਾ ਗਾਣਾ ਗਾਉਂਦੇ ਹੁੰਦੇ ਸੀ? I used to sing that song, Udi. Udi. Na 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 Judy. I don't even remember that song now. ਹਮੇਸ਼ਾ ਜਾ ਕੇ ਮੈਂ ਸਾਰੇ ਮੈਂ ਤੇ ਕਲਾਸ 'ਚ ਜਾ ਕੇ ਐਂਡ ਇਟ ਯੂਜ਼ਡ ਟੂ ਬੀ ਕਿ ਜਦੋਂ ਵੀ ਕੋਈ ਸਾਨੂੰ ਫ੍ਰੀ ਪੀਰੀਅਡ ਮਿਲਣਾ ਸ਼ਾਹਦ ਗਾਣਾ ਸੁਣਾਏਗੀ, ਸ਼ਾਹਦ ਗਾਣਾ ਸੁਣਾਓਗੀ, ਤੇ ਮੈਂ ਉਦੋਂ ਬੜੀ ਕੌਨਫੀਡੈਂਟਲੀ ਜਾ ਕੇ ਆਈ ਯੂਜ਼ਡ ਟੂ ਫੀਲ ਵੈਰੀ ਸਪੈਸ਼ਲ ਕਿ ਹਨਾ ਸਾਰੀ ਕਲਾਸ ਦੇ ਸਾਹਮਣੇ। ਹਾਂ, ਸੋ ਦੇ ਵੁੱਡ ਐਪਰੀਸ਼ੀਏਟ ਮੀ ਐਂਡ ਟੀਚਰਸ ਵੁੱਡ ਕੀਪ ਪ੍ਰੇਜ਼ਿੰਗ ਮੀ ਐਂਡ ਉਹ ਮੈਨੂੰ ਇਸ ਚੱਕਰ 'ਚ ਐਕਸਟਰਾ ਮਾਰਕਸ ਵੀ ਦੇ ਦਿੰਦੇ ਸੀ ਕਿ ਹਾਂ ਇਹ ਬੱਚਾ ਬਹੁਤ ਵਧੀਆ ਗਾ ਰਿਹਾ ਹੈ, ਇਹਨੇ ਦਿਲ ਲਾਈ ਰੱਖਿਆ ਸਾਡਾ। ਇਸ ਕਰਕੇ ਮੈਂ ਟੀਚਰਸ ਸੀ ਵੀ ਉੱਥੇ ਬਹੁਤ ਫੇਵਰਿਟ ਸੀ, ਫਿਰ ਬੱਚੇ ਵੀ ਮੈਨੂੰ ਕਾਫੀ ਜ਼ਿਆਦਾ ਉੱਥੋਂ ਬਹੁਤ ਪਿਆਰ ਮਿਲਿਆ। ਮੈਨੂੰ ਐਕਚੁਅਲੀ ਰਿਅਲਾਈਜ਼ੇਸ਼ਨ ਹੀ ਸਾਰੀ ਸਕੂਲ ਤੋਂ ਹੋਈ ਕਿ ਆਈ ਸ਼ੁਡ ਪਰਸੂ ਇਟ। ਰਾਈਟ, ਐਂਡ ਤੁਹਾਡੀ ਸਕੂਲਿੰਗ ਸਾਰੀ ਚੰਡੀਗੜ੍ਹ ਤੋਂ ਹੀ? I ਚੰਡੀਗੜ੍ਹ ਦੀ ਕੁੜੀ ਹੈ ਨਾ? I studied from Sacred Heart till 10th and then I was in Kamal. ਅੱਛਾ, ਐਂਡ ਉਹਦੇ ਬਾਅਦ ਫਿਰ ਤੁਸੀਂ ਹੁਣ? ਹਾਂਜੀ, I'm doing law. ਨਾਲ ਦੇ ਨਾਲ। ਸੋ ਇਹ ਸਿੰਗਰ ਵੀ ਹੈਗੇ ਨੇ, ਲਾਇਰ ਵੀ ਹੈਗੇ ਨੇ, ਜੇ ਕਿਸੇ ਨੇ ਸਿੰਗਿੰਗ ਦੇ ਵਿੱਚ ਪੰਗਾ ਕੀਤਾ ਤਾਂ ਕੇਸ ਕਰ ਦਿੰਦੇ। ਅੱਛਾ, ਲਾਅ ਕਿਹੜੇ ਈਅਰ ਦੇ ਵਿੱਚ ਹੈਗੇ ਹੋ ਤੇ ਕਿੱਥੋਂ? ਮੈਂ ਆਮ ਇਨ ਸੈਕੰਡ ਈਅਰ ਯੂਨੀਵਰਸਿਟੀ ਤੋਂ ਪੜ੍ਹ ਰਹੀ ਹਾਂ ਮੈਂ, ਪੰਜਾਬ ਯੂਨੀਵਰਸਿਟੀ। ਹਾਂਜੀ, ਲਵਲੀ। ਸੋ ਯੂ ਗੋਇੰਗ ਟੂ ਬੀ ਅ ਗੁੱਡ ਲਾਇਰ ਦੈਟ। ਅੱਛਾ, ਲਾਅ ਕਰਨ ਦਾ ਕਿਉਂ ਦਿਮਾਗ 'ਚ ਆਇਆ ਵੈਸੇ? ਸੋ ਮਾਈ ਪੇਰੈਂਟਸ ਆਲਵੇਜ਼ ਵਾਂਟਡ ਕਿ ਆਪਣਾ ਬੱਚਾ ਪੜ੍ਹਾਈ ਨਾ ਛੱਡੇ, ਕਿ ਮਤਲਬ ਜਿਹੜੇ ਸਕੂਲਸ 'ਚ I come from people die to be there and I feel proud ਕਿ ਮੈਨੂੰ ਇੰਨੀ ਵਧੀਆ ਐਜੂਕੇਸ਼ਨ ਮੇਰੇ ਪੇਰੈਂਟਸ ਨੇ ਪ੍ਰੋਵਾਈਡ ਕੀਤੀ and I was in the top schools of Chandigarh. ਸੋ ਇੱਕ ਹੁੰਦਾ ਕਿ ਉਹਨਾਂ ਦੇ ਦਿਮਾਗ 'ਚ ਬਚਪਨ ਤੋਂ ਇਹ ਸੀਗਾ ਕਿ she studies well, ਇਹਦੀ ਪੜ੍ਹਾਈ ਨਹੀਂ ਛੁਡਾਣੀ, ਇਹਦੀ ਪੜ੍ਹਾਈ ਨਹੀਂ ਛੁਡਾਣੀ। ਤੇ ਮਾਰਕਸ ਵੀ like I used to score well and so what happened actually in 11th they wanted me to do medical. I was a very good student in science. Okay. So they wanted me to go for MBBS. But in fact I chose. I studied hard for like I think 2 months, 2-3 months. And I was scoring well also. In fact मैं tuitions ਜਿਹੜੀਆਂ join ਕੀਤੀਆਂ ਸੀ ਜਦੋਂ ਮੈਂ I changed the stream. So I changed because I did not like that I was just studying every day.
मतलब ट्यूशन जाना वापस आना म्यूजिक ਨੂੰ ਕਿਸੇ ਵੀ ਚੀਜ਼ ਨੂੰ ਵੀ ਟਾਈਮ ਨਹੀਂ ਦੇਣਾ ਆ ਕੇ ਇੱਕ ਉਹ ਨਾ ਮਤਲਬ ਮੋਨੋਟਨਸ ਜਿਹਾ ਸਾਈਕਲ ਬਣ ਗਿਆ ਸੀ ਐਂਡ that was not in me ਕਿਉਂਕਿ ਮੈਂ ਬਚਪਨ ਤੋਂ ਹੀ ਨੱਚਦੀ ਟੱਪਦੀ ਮੈਂ ਤਾਂ ਲਾਈਕ ਆਈ ਯੂਜ਼ਡ ਟੂ you know ਆਪਣਾ ਬੈੱਡ ਤੇ ਚੜ ਕੇ ਥੱਲੇ ਦਾ ਮਾਈਕ ਕੋਮ ਫੜ ਕੇ ਐਂਡ ਆਈ ਯੂਜ਼ਡ ਟੂ ਡੂ ਦੈਟ ਕਿ ਹਾਂ ਜਿਵੇਂ ਥੱਲੇ ਫੈਨਸ ਨੇ ਇਦਾਂ ਕਰਦੇ ਸੋ ਇਟ ਵਾਸ ਇਨਸਾਈਡ ਮੀ ਸਮਵੇਅਰ ਆਲ ਦਿਸ ਟਾਈਮ ਸੋ ਵਾਟ ਹੈਪਨਡ ਕਿ ਜਦੋਂ ਮੈਂ ਮੈਡੀਕਲ ਲੈ ਲਈ they wanted me to do well कि हाँ एक डॉक्टर बन जूगी कि हाँ वधिया she studies well and stuff but it just hit me कि do I really want to do this right or am I just doing because my parents want me to do it ते एक parents ਦੇ ਦਿਮਾਗ 'ਚ ਵੀ ਸੀਗਾ ਕਿ ਇਸ ਲਾਈਨ 'ਚ you know up and down ਬਹੁਤ ਹੈ it's just not a guaranteed it's not a safe space for girls also so I had to sit down with them ਮੈਂ ਬਹਿ ਕੇ ਉਹਨਾਂ ਨਾਲ ਗੱਲ ਕੀਤੀ ਉਦੋਂ ਕਿ ਮੈਂ ਕਰ ਜ਼ਰੂਰ ਲਵਾਂਗੀ ਜੇ ਤੁਸੀਂ ਚਾਹੁੰਦੇ ਹੋ ਬਟ ਇਹ ਮੈਂ ਨਹੀਂ ਚਾਹੁੰਦੀ ਸੋ ਵੈਨ ਆਈ ਸ਼ੇਅਰਡ ਦਿਸ ਵਿਦ them ਉਦੋਂ ਇਹਨਾਂ ਨੂੰ ਲੱਗਿਆ ਕਿ ਯਾਰ ਬੱਚਾ ਕਰ ਵੀ ਰਿਹਾ ਹੈ ਨਾ ਸਾਡੇ ਕਰਕੇ ਇਹਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿਉਂਕਿ ਬੱਚੇ ਬਹੁਤ ਰਿਬੈਲੀਅਸ ਹੁੰਦੇ ਆ ਉਸ ਏਜ ਵਿੱਚ ਐਂਡ ਆਈ ਰਿਸਪੈਕਟਡ ਕਿ they can think better of me than I will for myself. They've seen more life. They've experienced more. So मैं बैठी ਇਹਨਾਂ ਨਾਲ ਮੈਂ ਕਿਹਾ ਕਰਾਂਗੀ ਬਟ ਇਹ ਮੇਰਾ ਦਿਲ ਨਹੀਂ ਹੈ ਇਹਨਾਂ ਨੇ ਫਿਰ 2-3 ਦਿਨ ਬਾਅਦ you know ਉਹ ਗੱਲ ਇਹਨਾਂ ਨੂੰ ਲੱਗੀ ਦਿਲ ਤੇ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਅੱਛਾ ਤੂੰ ਕਰਨਾ ਕੀ ਚਾਹੁੰਦੀ ਹੈ that's when they asked me and then I told them ਮੈਂ ਮੇਰੇ ਅੰਦਰ ਜੋ ਦਿਲ 'ਚ ਹੈ ਉਹ ਇਹ ਹੈ ਕਿ ਮੈਂ ਸਿੰਗਰ ਬਣਨਾ ਹੈ and it came to them as a very that thing ke ਉਹਨਾਂ ਦੇ ਦਿਮਾਗ 'ਚ already ਸੀ ਕਿ ਇਹ ਲਾਈਨ ਹੈ ਨਹੀਂ ਏਦਾਂ so because they've seen a lot ਤੇ in fact you know ਪਾਪਾ ਦੇ ਹਰ ਚੀਜ਼ ਉਹਨਾਂ ਨੇ ਬੜੀ ਲਾਗਿਓਂ ਵੇਖੀ ਹੈ in fact ਪਾਪਾ ਦੇ ਨਾਲ ਅਸੀਂ ਵੀ ਬਹੁਤ we've seen everybody in the industry shaking hands to not even looking so that used to hit them and I've seen that very very closely and they didn't want ke ਉਹਨਾਂ ਦੇ ਬੱਚੇ ਕਦੇ ਵੀ ਇਦਾਂ ਦੀ ਕੋਈ ਪੇਨ ਚੋਂ ਜਾਣ so it came to them as a shock they didn't want it and then I was like you know ਤੁਸੀਂ ਮੈਨੂੰ ਮੌਕਾ ਦਿਓ just give me like 3 years I'll do give me the time if nothing well happens for me if you don't like what I'm doing then I'll give some exam whichever you want from me ਤੇ ਇਹਨਾਂ ਨੂੰ ਸੀ ਕਿ ਚਲੋ ਇਹਨੇ IAS ਦਾ ਪੇਪਰ ਦੇ ਦੇਣਾ ਹੋਰ ਨਹੀਂ ਕੁਛ so they gave me the time ਜਦੋਂ ਟਿਊਸ਼ਨਸ ਤੋਂ ਵੀ ਹੈ ਨਾ like I went and gave them that I will not be continuing with the stream even they were shocked ਕਿਉਂਕਿ I was scoring well in hundreds of people right so I was like in top 10 very nice so what happened even they didn't accept and they were like you just have to provide proof though to see ke haan tusi stream bhi change kar li hai so udo da karke holi holi ਇਹ ਹੋਇਆ ਕਿ ਜਦੋਂ ਐਕਚੁਅਲੀ ਆਪਾਂ ਸ਼ੁਰੂ ਕਰਨ ਲੱਗੇ ਇਹ ਸਭ ਕੁਝ ਤੇ ਮੇਰਾ ਖੁਦ ਦਾ ਹੀ ਨਹੀਂ ਦਿਲ ਇੰਨਾ ਮੰਨ ਰਿਹਾ ਸੀ ਜਿੰਨਾ ਮਤਲਬ ਲਾਈਕ I was just sharing with you ਕਿ ਆਫਿਸ ਬਹੁਤ ਸੀ ਬਟ ਦਿਲ ਨਹੀਂ ਸੀ ਹਾਂ ਕਰ ਰਿਹਾ ਤੇ this was after you had left your medical and before you started your law so ਮੈਂ ਉਦੋਂ like I started singing going with papa ਨੇ ਕਿਤੇ ਵੀ ਸਟੂਡੀਓ ਜਾਣਾ ਮੈਂ ਨਾਲ ਬੈ ਕੇ I would like start observing them ਤੋ ਉਦੋਂ ਇਹਨਾਂ ਨੇ ਗਾਣਾ ਤੇ ਮੈਂ ਵੇਖਣਾ ਅੱਛਾ ਪਾਪਾ ਇੱਦਾਂ ਕਰੇ ਜਦੋਂ ਉੱਚੀ ਗਾਣਾ ਪਿੱਛੇ ਹੋ ਰਿਹਾ ਹੈ ਮਾਈਕ ਤੋਂ so I would start observing ਕਿ ਹਾਂ ਉੱਥੋਂ ਮਤਲਬ like what are they doing ਇਹ ਰਿਪੀਟ ਤੇ ਇੱਦਾਂ ਲਾਇਆ ਅੱਛਾ ਇੱਦਾਂ so I learned the details so let me tell you ਮੈਨੂੰ ਲੱਗਦਾ ਇਹ ਜਿਹੜਾ ਅਸੀਂ ਹੁਣ ਨਾ ਰਾਜ ਜ਼ਿਆਦਾ ਦੇਰ ਛੁਪਾ ਨਹੀਂ ਪਾਵਾਂਗੇ ਕਿਉਂਕਿ ਪਾਪਾ ਦਾ ਜ਼ਿਕਰ ਆ ਚੁੱਕਿਆ ਹੈ ਤੇ ਸ਼ਾਇਦ ਇਸ ਟਾਈਮ ਤੇ ਅਸੀਂ ਤੁਹਾਡੀ ਜਿਹੜੀ ਜਰਨੀ ਦੀ ਗੱਲ ਕਰ ਰਹੇ ਹਾਂ ਜਿਹੜੀ ਤੁਹਾਡੀ ਪਾਪਾ ਦੀ ਵੀ ਜਰਨੀ ਹੈਗੀ ਹੈ ਨਾਲ ਨਾਲ ਜਿਹੜੀ ਚੱਲ ਰਹੀ ਸੀ ਤੇ ਮੈਨੂੰ ਲੱਗਦਾ ਸਾਡੀ ਆਡੀਅנס ਹੁਣ ਸੁਣਨਾ ਚਾਹੁੰਦੀ ਹੈ ਕਿ ਤੁਸੀਂ ਐਕਚੁਅਲੀ ਤੁਹਾਡੇ ਪਾਪਾ ਦਾ ਕੀ ਨਾਂ ਹੈਗਾ ਸੋ ਇੱਕ ਵਾਰੀ ਤੁਸੀਂ ਆਪਦੇ ਮੂੰਹੋਂ ਦੱਸ ਦਿਓ ਅੱਛਾ ਚਲੋ ਇੱਕ ਕੰਮ ਕਰਦੇ ਹਾਂ ਅਸੀਂ ਉਹਨਾਂ ਦੇ ਗਾਣੇ ਦੇ ਬਾਰੇ ਗੱਲ ਕਰਦੇ ਹਾਂ ਠੀਕ ਹੈ ਤੁਸੀਂ ਮੈਨੂੰ ਉਹਨਾਂ ਦਾ ਕਿਉਂਕਿ ਮੈਂ ਸੁਣਿਆ ਤੁਹਾਡੀ ਆਵਾਜ਼ ਦੇ ਵਿੱਚ ਵੀ ਉਹ ਗਾਣਾ ਤੇ ਉਹੀ ਗੱਲ ਲੱਗੀ ਸੀ ਹਾਂ ਬਹੁਤ ਹੀ ਹਰਮਨ ਪਿਆਰਾ ਗੀਤ ਮੈਨੂੰ ਲੱਗਦਾ ਸਾਡੀ ਜਨਰੇਸ਼ਨ ਨੇ ਵੀ ਜਿਹੜਾ ਉਹ ਗੀਤ ਕੰਜ਼ਿਊਮ ਕੀਤਾ ਉਹ ਬਹੁਤ ਇਸ਼ਕ ਮੁਸ਼ਕ ਮੁਹੱਬਤ ਦੇ ਜਦੋਂ ਸਾਨੂੰ ਵੀ ਬੜੀ ਬਿਮਾਰੀਆਂ ਲੱਗੀਆਂ ਸੀਗੀਆਂ ਉਸ ਟਾਈਮ ਤੇ ਅਸੀਂ ਉਹੀ ਗਾਣੇ ਕੰਜ਼ਿਊਮ ਕੀਤੇ ਸੀਗੇ ਹੈ ਨਾ ਸੋ ਤੁਸੀਂ ਜ਼ਰਾ ਆਪਣੇ ਫਾਦਰ ਦੀ ਇੰਟਰੋਡਕਸ਼ਨ ਉਸ ਗਾਣੇ ਦੇ ਰਾਹੀਂ ਦਿਓ ਜੀ ਬਿਲਕੁਲ
ਮੈਂ ਤੈਨੂੰ ਪਿਆਰ ਕਰਦੀ ਹਾਂ, ਤੇਰਾ ਦੀਦਾਰ ਕਰਦੀ ਹਾਂ, ਮਾਹੀ ਵੇ ਚੰਨ ਵੇ ਤੈਨੂੰ ਹੋਰ ਕੀ ਮੈਂ ਕਹਿਣਾ, ਕਹਿੰਦੇ ਨੇ ਨੈਣਾ ਤੇਰੇ ਕੋਲ ਰਹਿਣਾ, ਕਹਿੰਦੇ ਨੇ ਨੈਣਾ। ਬ੍ਰਾਵੋ। ਸੋ ਹੁਣ ਤੱਕ ਤਾਂ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ ਕਿ ਤੁਸੀਂ ਹਰਭਜਨ ਸ਼ੇਰਾ ਜੀ ਦੀ ਬੇਟੀ ਹੈਗੇ ਹੋ ਐਂਡ ਬਹੁਤ ਬlesed ਹੈਗੀ ਹੈ ਕੁੜੀ ਵੀ ਜਿਹੜੀ ਇਦਾਂ ਦੇ ਸੁਰੀਲੇ ਫਾਦਰ ਦੇ ਘਰ ਜੰਮੀ ਹੈ ਐਂਡ ਉਹਨਾਂ ਦੀ ਜਰਨੀ ਦੇ ਨਾਲ ਤੁਹਾਡੀ ਜਰਨੀ ਵੀ ਸ਼ੁਰੂ ਹੋਈ ਹੈ। ਪ੍ਰੋਬਬਲੀ ਤਾਂ ਹੀ ਮੈਂ ਕਹਿ ਰਹੀ ਸੀ ਕਿ ਹਲੇ ਨਾ ਦੱਸੋ ਕਿ ਤੁਹਾਨੂੰ ਗੁੜਤੀ ਕਿੱਥੋਂ ਮਿਲੀ। ਸੋ ਗੁੜਤੀ ਇਹਨਾਂ ਨੂੰ ਆਪਣੇ ਫਾਦਰ ਤੋਂ ਮਿਲੀ ਹੋਈ ਹੈ। ਬਟ ਕੀ ਹੁੰਦਾ ਕਦੀ ਕਦੀ ਜਦੋਂ ਅਸੀਂ ਇੰਟਰੋਡਿਊਸ ਹੀ ਉਦਾਂ ਕਰ ਦਿੰਦੇ ਹਾਂ ਨਾ, ਤਾਂ ਜਿਹੜਾ ਇੱਕ ਨਵਾਂ ਆਰਟਿਸਟ ਤੁਹਾਡੇ ਜਿਹੜਾ ਉੱਭਰ ਰਿਹਾ ਹੁੰਦਾ ਤਾਂ ਉਹ ਉਸ ਇਮੇਜ ਦੇ ਥੱਲੇ ਓਵਰਸ਼ੈਡੋ ਹੋ ਜਾਂਦਾ। ਸੋ ਮੈਂ ਨਹੀਂ ਚਾਹੁੰਦੀ ਸੀ ਕਿ ਤੁਹਾਡੀ ਇੰਟਰੋਡਕਸ਼ਨ ਮੱਦਾ ਦਵਾਂ, ਬਟ ਹਾਂ ਮੈਨੂੰ ਲੱਗਦਾ ਕਿ ਉਹ ਜਰਨੀ ਵੀ ਬੜੀ ਜ਼ਰੂਰੀ ਹੈ, ਉਹ ਸ਼ਖਸੀਅਤ ਵੀ ਬਹੁਤ ਜ਼ਰੂਰੀ ਹੈ ਇਸ ਜਰਨੀ ਦੇ ਵਿੱਚ, ਉਹਨਾਂ ਦਾ ਜ਼ਿਕਰ ਕਰਨਾ। ਸੋ ਤੁਸੀਂ ਆਪ ਦੀ ਜਦੋਂ ਪ੍ਰੈਪਰੇਸ਼ਨ ਕਰ ਰਹੇ ਸੀ, ਤੁਹਾਡਾ ਸਟੂਡੀਓ ਟਾਈਮ ਹੁੰਦਾ ਸੀਗਾ, ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਤੁਹਾਨੂੰ ਸਟੂਡੀਓ ਦੇ ਵਿੱਚ ਆਪਣੇ ਫਾਦਰ ਦੀ ਜਿਹੜੀ ਨੋਟਿਸ ਕੀਤੀ, ਉਹਨਾਂ ਦੀ ਕੈਰੈਕਟਰਿਸਟਿਕ ਜਿਹੜੀ ਤੁਸੀਂ ਪਿਕ ਕੀਤੀ, ਉਹ ਕੀ ਸੀ? ਆਈ ਥਿੰਕ ਪਾਪਾ ਨੇ ਅੱਜ ਤੱਕ ਕਿੰਨੇ ਗਾਣੇ ਗਾਏ ਹੈ ਤੇ ਯੂ نو ਏਜ ਦੇ ਨਾਲ ਨਾਲ ਆਵਾਜ਼ ਵੀ ਜਿਵੇਂ ਚੇਂਜ ਹੁੰਦੀ ਹੈ, ਬਟ ਮੈਂ ਇੱਕ ਚੀਜ਼ ਉਹਨਾਂ ਦੀ ਦੇਖੀ ਹੈ ਕਿ ਜੋ ਉਹਨਾਂ ਦੀ ਫੀਲਿੰਗ ਹੈ ਨਾ ਗਾਣੇ ਨੂੰ ਲੈ ਕੇ, ਭਾਵੇਂ ਆਲੇ ਦੁਆਲੇ ਕੁਝ ਸ਼ੋਰ ਮਚ ਰਿਹਾ ਹੋਏ, ਕੁਝ ਵੀ ਹੋ ਰਿਹਾ ਹੋਏ, once he sings the song, ਪਤਾ ਨਹੀਂ ਕਿੱਥੋਂ ਉਹ ਦਰਦ ਲੈ ਕੇ ਆਉਂਦੇ ਹੈ, ਕਿੱਥੋਂ ਇੰਨੀ ਫੀਲਿੰਗ। ਐਂਡ ਆਈ ਯੂਜ਼ਡ ਟੂ ਆਸਕ ਹਿਮ ਕਿ ਗਾ ਤਾਂ ਪਾਪਾ ਸਾਰੇ ਲੈਂਦੇ ਆ, ਮੈਂ ਵੀ ਗਾ ਲੈਂਦੀ ਆ ਜਾ ਕੇ, ਬਟ ਤੁਸੀਂ ਉਹ ਕਿੱਥੋਂ ਲੈ ਕੇ ਆ ਰਹੇ ਹੋ? ਜਿਹੜਾ ਇੱਕ ਅੰਦਰੋਂ ਇਮੋਸ਼ਨ ਹੈ ਕਿ ਉਹ ਆ ਕਿੱਥੋਂ ਰਿਹਾ, ਉਹ ਫੀਲਿੰਗ ਕਿੱਥੋਂ ਆ ਰਹੀ ਹੈ? ਹੀ ਵੁੱਡ ਲਾਈਕ ਗੋ ਸਾਇਲੈਂਟ, ਕੁਛ ਨਹੀਂ ਉਹਨਾਂ ਨੂੰ ਸੁਣੇਗਾ ਜਦੋਂ ਉਹ ਗਾਉਣ ਲੱਗਣਗੇ, ਤੇ he just goes into the mic with all those feels. That's his passion. Yeah. क्या कभी ये नहीं पूछा कि किसी ने दिल दुल तोड़ा है क्या ਤੁਹਾਡਾ? मैं मम्मा ਨੂੰ ਜ਼ਰੂਰ ਪੁੱਛਿਆ, ਮੰਮਾ ਇਹ ਕੀ ਚੱਕਰ ਕੀ ਹੈ? ਕੋਈ ਨਿਊਜ਼ ਆਉਣੀ ਉੱਥੇ ਲਿਖਿਆ ਹੋਣਾ ਸੈਡ ਸਿੰਗਰ ਹਰਭਜਨ ਸ਼ੇਰਾ। ਮੈਂ ਕਹਿੰਦਾ ਪਾਪਾ ਕਿਉਂ ਸੈਡ ਕਿਉਂ? ਨਹੀਂ ਫਿਰ ਪਾਪਾ ਕਹਿੰਦੇ ਮੈਂ ਸਾਰੇ ਗਾਣੇ ਗਾਏ ਆ ਗੋਰੀ ਗੋਰੀ ਵੀਣੀ ਨੂੰ, ਅੱਜ ਤੱਕ ਉਹ ਮਤਲਬ ਇੰਸਟਾ ਤੇ ਉਹਨੂੰ ਇੰਨਾ ਪਿਆਰ ਮਿਲ ਰਿਹਾ ਤੁਹਾਡੇ ਸਾਰਿਆਂ ਦਾ। ਤੇ ਬਟ ਇੱਕ ਹੈ ਕਿ ਪਾਪਾ ਦਾ ਦਿਲ ਦਾ ਦਰਦ ਉਦੋਂ ਆ ਗਿਆ ਜ਼ੁਬਾਨ ਤੇ। ਆਈ ਨੋ, ਬਟ ਮੈਨੂੰ ਲੱਗਦਾ ਸੈਡ ਸੌਂਗਸ ਦੀ ਮਾਰਕੀਟ ਬਹੁਤ ਵੱਡੀ ਹੈ, ਹੈ ਨਾ? ਪਾਰਟੀ ਸੌਂਗਸ ਤੋਂ ਜ਼ਿਆਦਾ ਲੋਕ ਇਮੋਸ਼ਨਲ ਹੋ ਕੇ ਸੈਡ ਸੌਂਗ ਰਿਪੀਟ ਤਾਂ ਅੱਜ ਕੱਲ ਤੇ ਵੈਸੇ ਹੀ ਬਹੁਤ ਦਿਲ ਟੁੱਟ ਰਿਹਾ ਹੈ ਸਭ ਦੇ। ਆਈ ਨੋ, ਸੋਸ਼ਲ ਮੀਡੀਆ ਕਰਕੇ ਵੀ ਜ਼ਿਆਦਾ ਯਾ ਦਿਖਦਾ ਕੁਛ ਹੈ, ਨਿਕਲ ਕੇ ਕੁਛ ਬਾਅਦ ਆਉਂਦਾ। ਅੱਛਾ ਜੀ, ਜਰਨੀ ਦੀ ਗੱਲ ਕਰੀਏ ਕਿ ਤੁਸੀਂ ਜਦੋਂ ਮੈਡੀਕਲ ਛੱਡਤੀ, ਉਹਦੇ ਬਾਅਦ ਇਹ ਵੀ ਮੈਂ ਕਹਿੰਦੀ ਹਾਂ ਬਿਕਾਜ਼ ਯੂ ਆਰ ਟਾਲ ਐਂਡ ਯੂ ਆਰ ਵੈਰੀ ਬਿਊਟੀਫੁਲ, ਠੀਕ ਹੈ, ਕਦੀ ਕਿਸੇ ਨੇ ਇਹ ਨਹੀਂ ਬੋਲਿਆ ਕਿ ਮਾਡਲ ਬਣ ਜਾਓ? ਐਕਚੁਅਲੀ ਉਹ ਵੀ ਜਰਨੀ ਦਾ ਪਾਰਟ ਸੀ, ਬਿਕਾਜ਼ ਮੈਨੂੰ ਨਾ ਮੈਸੇਜ ਆ ਜਾਣੇ ਆਪਣਾ ਇੰਸਟਾ ਤੇ ਕਿ ਮਿਸ ਇੰਡੀਆ ਵੱਲੋਂ ਕਿ ਪਲੀਜ਼ ਤੁਸੀਂ ਪਾਰਟਿਸਿਪੇਟ ਕਰੋ, ਤੇ ਆਪਣਾ ਕਿ ਫਿਲ ਇਨ ਦਾ ਫਾਰਮ ਏਦਾਂ ਕਰਕੇ। ਤੇ ਮੰਮਾ ਨੂੰ ਬੜਾ ਸ਼ੌਂਕ ਸੀ ਬਚਪਨ ਤੋਂ ਕਿ ਹਾਂ ਕਿ ਸ਼ੀ ਇਜ਼ ਟਾਲ, ਹੈ ਨਾ, ਤੇ ਇਹਨੂੰ ਵਧੀਆ ਆਪਾਂ ਮਿਸ ਇੰਡੀਆ ਚ ਭੇਜਾਂਗੇ। ਤੇ ਮੰਮਾ ਦਾ ਮਤਲਬ ਲਾਈਕ ਇਟ ਵਾਸ ਹਰ ਡ੍ਰੀਮ ਕਿ ਯੂ نو ਸ਼ੀ ਕਮਸ ਇਨ ਫਰੰਟ ਆਫ ਦ, ਐਂਡ ਆਈ ਯੂਜ਼ਡ ਟੂ ਲਵ ਕੈਮਰਾ। ਸੋ ਵਾਟ ਹੈਪਨਡ ਕਿ ਮੰਮਾ ਨੇ ਬੜਾ ਪੁਸ਼ ਕਰਨਾ, ਭਰਦੇ ਫਾਰਮ, ਤੈਨੂੰ ਸਪੈਸ਼ਲੀ ਆ ਰਿਹਾ, ਯੂ نو ਯੂਨੀਵਰਸ ਦਾ ਹੀ ਕੁਛ ਨਾ ਕੁਛ ਹੋਊਗਾ ਜੇ ਤੇਰੇ ਕੋਲ ਆ ਪਾ ਰਹੇ। ਤੇ ਉਹ ਭਰਤਾ ਉਹ ਹੋਇਆ ਕਿ ਉਦੋਂ ਕੋਵਿਡ ਆ ਗਿਆ, ਉਦੋਂ ਦੀ ਗੱਲ ਹੈ ਉਹ। ਤੇ ਫਿਰ ਉਹ ਚੀਜ਼ ਵਿੱਚ ਹੀ ਰਹਿ ਗਈ ਕਿਉਂਕਿ ਉਹ ਆਨਲਾਈਨ ਉਹਨਾਂ ਨੇ ਕਰਨਾ ਸ਼ੁਰੂ ਕਰਤਾ। ਤੇ what happened next was ਕਿ my friends had known people in Chandigarh ਜਿਹੜੇ photographers ਸੀਗੇ, ਵਧੀਆ designers ਸੀਗੇ of Chandigarh, ਤੇ ਉਹਨਾਂ ਨੇ ਕਹਿਤਾ ਕਿ ਤੁਸੀਂ ਪਲੀਜ਼ ਸਾਡੇ ਲਈ, ਹੈ ਨਾ, ਲਾਈਕ wear a suit and you know ਆਪਣੇ ਸਾਡੇ ਕੱਪੜੇ ਪਾਓ, and you know I saw you wearing that heavy embellished you know lehenga. So it nice. Started from there. My very close makeup artist Shubdeep. So she gave me this golden opportunity where the whole Chandigarh noticed me from. Right. So ਉੱਥੋਂ actually ਸ਼ੁਰੂਆਤ ਹੋਈ ਜਿਸ ਚੀਜ਼ ਦਾ ਮੈਂ ਕੁਝ ਐਕਸਪੈਕਟ ਵੀ ਨਹੀਂ ਕੀਤਾ ਸੀ, ਬਟ ਮੰਮਾ ਨੂੰ ਬੜਾ ਸੀ ਕਿ ਹਾਂ ਪਲੀਜ਼ let's do it, ਹੈ ਨਾ, let's continue with this. Right. ਤੇ ਉੱਥੋਂ ਫਿਰ ਮੇਰੀ ਮਾਡਲਿੰਗ ਦੀ ਜਰਨੀ ਸ਼ੁਰੂ ਹੋਈ। So are you into this? I used to be. So I stopped doing it. Why? I did it for good 2 years. अच्छा, okay. पर फिर मैंने ये सीखा कि it was just consuming my time more than I would have spent more time at studio.
ਉੱਥੇ ਜ਼ਿਆਦਾ ਧਿਆਨ ਦੇਣ ਨੂੰ ਫਿਰ ਮੈਨੂੰ ਹੋਇਆ ਕਿ ਯੂ نو ਇੱਕ ਦਿਮਾਗ ਦਾ ਨਾ ਵੈਸੇ ਵੀ ਆਈ ਕੀਪ ਡੂਇੰਗ ਆਈ ਸਟਿਲ ਡੂ ਜੇ ਕਦੇ ਕਦੇ ਮੈਨੂੰ ਲੱਗਦਾ ਹੈ ਬਟ ਉਦੋਂ ਇਦਾਂ ਸੀਗਾ ਕਿ ਹਰ ਦੂਜੇ ਤੀਜੇ ਦਿਨ ਐਂਡ ਉਹ ਸ਼ੂਟ ਸਿੱਧਾ ਸੀਗੇ ਕਿ ਫਿਰ ਸਾਰਾ ਦਿਨ ਸਵੇਰੇ ਉੱਠ ਕੇ ਜਾਣਾ ਦੈਨ ਆਈ ਵੁੱਡ ਕਮ ਬੈਕ ਐਟ ਈਵਨਿੰਗ ਅਰਾਊਂਡ ਤੇ ਫਿਰ ਥੱਕ ਜਾਣਾ ਮੈਂ ਆ ਕੇ ਖਾਣਾ ਔਰ ਫਿਰ it was very hard and I could not go to studio with papa ਤੇ ਫਿਰ ਉੱਥੋਂ ਹੀ ਸ਼ੁਰੂ ਹੋਇਆ ਕਿ I decided ਕਿ ਚਲੋ ਇੱਕ ਅੱਧਾ cover song ਗਾ ਕੇ ਦੇਖਦੇ ਹਾਂ right and I always had this ਕਿ ਮੈਂ ਸ਼ੁਰੂਆਤ ਪਾਪਾ ਦੇ ਗਾਣੇ ਤੋਂ ਕਰਾਂ ਹੈਨਾ ਤੇ ਐਂਡ ਪਾਪਾ ਦਾ ਗਾਣਾ ਵੀ ਬਹੁਤ ਖੂਬਸੂਰਤ ਹੈ ਇਹ ਕਹਿੰਦੇ ਨੇ ਨੈਣਾ ਤੇ ਮੈਂ ਇੱਕ ਕਵਰ ਗਾਇਆ ਤੇ ਉਹ ਨਾ ਮੇਰੀ ਹਜੇ ਜਸਟ ਮੈਂ ਪਬਲਿਕ ਕੀਤਾ ਸੀ ਆਪਣਾ ਅਕਾਊਂਟ ਜਸਟ ਟੂ ਪੋਸਟ ਦਿਸ ਰੀਲ ਆਫ ਪਾਪਾ's song ਉਦੋਂ ਨਿਊ ਰੀਲਸ ਆਈਆਂ ਸੀ ਤੇ when I posted that I think I almost had 2k followers on Insta so when I opened and I shared my reel it just hit me कि एकदम ना बैठे that was the first time I saw what social media actually hits you with so ਜਦੋਂ मैं अपना ਵੇਖਿਆ एकदम ਨਾਲ followers we you know and views I was just sitting on the reel and I was so shocked I was sitting with everybody in my family and they were more excited कि हाँ आज finally you know there's new start and social media आज ਦੀ date ਚ ਇੰਨਾ ਵੱਡਾ ਇੱਕ platform ਹੈ कि we are lucky we in our generation feel lucky कि ਅਸੀਂ ਘਰੇ ਬੈਠੇ we can reach out to people because in my dad's generation it wasn't that easy I remember these days I mean ਇਹਨਾਂ ਦੀ ਹੀ ਜਿਹੜੀ generation ਹੈਗੀ ਉਹਨਾਂ ਦੇ actors singers ਇਹੀ ਕਹਿੰਦੇ ਸੀ ਕਿ ਸਾਨੂੰ ਆਪਣੇ projects ਪੱਤਰਕਾਰਾਂ ਦੇ ਲੋਕਾਂ ਦੇ ਘਰਾਂ ਤੱਕ ਲੈ ਕੇ ਜਾਣੇ ਪੈਂਦੇ ਸੀ because they would hardly know about it exactly you know so it was ਅੱਜਕੱਲ ਤਾਂ it's a boon ਲੋਕੀ ਲੱਭਣੇ ਬਹੁਤ ਮੁਸ਼ਕਿਲ ਸੀ ਕਿਨਾਂ ਕੋਲ ਲੈ ਕੇ ਜਾਓ ਫਿਰ ਉਹ they were not as approachable as they are now absolutely so ਉਦੋਂ ਮੈਨੂੰ ਹੋਇਆ ਕਿ ਯਾਰ followers ਮੇਰੇ 2k and I reached around what I think 25k people in one go it happened in like what 5-10 minutes right and I was shook मतलब ਜਿਹੜੇ ਲੋਕੀ ਮੈਨੂੰ follow ਹੀ ਨਹੀਂ ਕਰਦੇ ਉਹ ਵੀ comment ਕਰ ਰਹੇ ਹੈ ਉਸ ਕਿ beautifully sung and I did not introduce myself as ke haan ke it's my dad's song or something like that it just boomed like that te udo ye hoya ke then I realized ke social media has such power why don't I you know start posting more and more songs so then I did one more song and I received again lots and lots of love which one was that do ਗੱਲਾਂ ਕਰੀਏ ਪਿਆਰ ਦੀਆਂ ਹੋ ਜਾਓ ਤੇ ਵੀ ਪਾਈਏ ਆਪਾਂ ਥੋੜਾ ਜਿਹਾ okay go ahead let's hear it from you ਹੋਵੇ ਆਖਰੀ ਸਾਹ ਤੇ ਤੇਰਾ ਨਾ ਬੈਠਾ ਕੋਲ ਮੇਰੇ ਤੋਂ ਹੋਵੇ ਜਦੋਂ ਜਾਵਾਂ ਇਸ ਦੁਨੀਆ ਤੋਂ ਤੇਰਾ ਮੇਰੇ ਵੱਲ ਮੂੰਹ ਹੋਵੇ ਸੋਚਾਂ ਸੰਧੂ ਦੀਆਂ ਇੱਥੇ ਆਖੇ ਹਾਰ ਦੀਆਂ ਦੋ ਗੱਲਾਂ ਕਰੀਏ ਪਿਆਰ ਦੀਆਂ ਦੋ ਗੱਲਾਂ ਕਰੀਏ ਪਿਆਰ ਦੀਆਂ ਆਜਾ ਗੱਲਾਂ ਕਰੀਏ lovely nice ਅੱਛਾ ਤੇ ਇਹਦੇ ਬਾਅਦ ਜਦੋਂ ਸੋਸ਼ਲ ਮੀਡੀਆ ਜਰਨੀ ਤੁਹਾਡੀ ਸਕਸੈਸਫੁਲ ਹੋ ਗਈ ਹੈ ਉਹਦੇ ਬਾਅਦ ਫਿਰ ਤੁਸੀਂ ਮਾਡਲ ਵੀ ਬਣ ਗਏ ਹੈ ਨਾ ਤੇ ਅਮਨ ਪੰਜਾਬੀ ਇੰਡਸਟਰੀ ਦੀ ਇਹ ਬੜੀ ਆਦਤ ਹੁੰਦੀ ਹੈ ਕਿ ਇੱਕਦਮ ਨਾ ਤੁਹਾਨੂੰ ਐਕਟ੍ਰੈਸਸ ਦੇ ਆਫਰਸ ਆਣੇ ਸ਼ੁਰੂ ਹੋ ਜਾਂਦੇ ਕਿ ਬੀ ਦ ਲੀਡ ਇਨ ਅ ਪੰਜਾਬੀ ਫਿਲਮ ਪਿਕ ਅਪ ਅ ਸੌਂਗ ਬੀ ਅ ਮੋਡਲ ਬਹੁਤ ਹੋ ਗਿਆ they start you know they messaging you directly yes DM ਹੈ ਨਾ ਤੇ ਜਦੋਂ ਤੁਹਾਡੇ ਕੋਲ ਆਇਆ ਆਫਰ ਜਿਸ ਵੀ ਪ੍ਰੋਡਕਸ਼ਨ ਹਾਊਸ ਵੱਲੋਂ ਆਇਆ let's not discuss that but from what your father told us that you're a very strong headed person and you take your own decisions with time ਹੈ ਨਾ ਤੁਸੀਂ ਇੱਕਾ ਦੁੱਕਾ ਐਵੇਂ ਆਫਰਸ ਨਹੀਂ ਐਕਸੈਪਟ ਕਰਦੇ which I liked about your personality so ਜਦੋਂ ਪਹਿਲਾ ਐਕਟਿੰਗ ਆਫਰ ਆਇਆ ਤੇ ਕਿਸ ਤਰੀਕੇ ਦੀ ਫਿਲਮ ਦਾ ਆਇਆ ਤੇ ਕਿਉਂ ਨਹੀਂ ਕੀਤੀ so I feel ਕਿ my parents didn't just raise me to be a second person to a male person I feel कि Punjabi movies can grow more if they talk more about women as well if they offer you the same kind of screen space as men do have ਹੁਣ ਆਪਾਂ ਵੇਖ ਰਹੇ ਹਾਂ ਕਿ ਹੌਲੀ ਹੌਲੀ like our female actors have also started to
produce more and more films where they are playing the lead role, the alone lead role. And we have seen the numbers, they're doing really well. But ਜਦੋਂ ਮੈਨੂੰ ਆਈ ਸੀ ਉਦੋਂ ਇਹ ਸੀਗਾ ਕਿ the character was not me. As simple as that. I can simply put it in words ke I didn't want to do it because it was simply not me. And जिद्दन मैं करांगी मैं उस दिन आप अपने जिਵੇਂ ਦਾ role मेरा वैसे in real है वही चीज I will try to. If you were to produce your own film, what kind of character would you be? I would be a bold girl who's empowered and not looked upon as a wife of someone and not just like a wife क्यों इतना टिका के बोले क्योंकि रोल चेदा ही आके आजकल you just get role के हाँ इना दी wife हो इना दी sister हो इना दे it's not like a singular role या तुसी इना दे lover हो everything is like subordinate to men. So I want ke haan jive like recently Neeru Bajwa did that role and even Sonam Bajwa Jatti Jo ne Murti Bandook par gaya they're doing really well and I feel ke girls should come out more as themselves, be confident in who they are, right. And that's how my songs are about me. The first song that you released was also equally strong and kite ta tusi menu Sonam Kapoor wali look de rahe si. I get that a lot. Menu boss look kende and even the video was very luxurious, and it was not a typical Punjabi video. So ek wari gaane de bol o wale bhi ho jaan so that people can immediately search ki kede wale gaane di assi gal kar rahe hain. Go ahead and sing your debut song. ਮੋਟੀਆਂ ਮੋਟੀਆਂ ਅੱਖੀਆਂ ਵੇ ਮੈਂ ਪਰੀਆਂ ਦੀ ਪੈਣ ਜੋ ਗੁੜ ਤੇ ਮੱਖੀਆਂ ਵੇ ਮੇਰੇ ਪਿੱਛੇ ਆਸ਼ਿਕ ਪੈਣ ਮੇਰਾ ਕਾਲਾ ਕਾਲਾ ਸੂਟ ਜੋ ਕਾਲੇ ਬਾਦਲ ਐ ਤੇਰੇ ਪਿੱਛੇ ਇੱਕ ਦੋ ਕੁੜੀਆਂ ਮੇਰੇ ਪਿੱਛੇ ਸਾਰੀ ਦੁਨੀਆ ਪਾਗਲ ਐ ਪਾਗਲ ਐ तेरे पिछे एक दो कुड़ियां मेरे पिछे सारी दुनिया पागल है पागल है ਲਵਲੀ ਅੱਛਾ ਇਸ ਗਾਣੇ ਦੇ ਜਦੋਂ ਤੁਸੀਂ ਇਹ ਗਾਣਾ ਗਾਣ ਲੱਗੇ ਸੀਗੇ ਰਿਲੀਜ਼ ਕਰਨ ਲੱਗੇ ਸੀਗੇ ਤਾਂ ਉਸ ਟਾਈਮ ਤੇ ਵਿੱਚ ਇੱਕ ਜਰਨੀ ਹੁੰਦੀ ਹੈ ਜਦੋਂ ਤੁਸੀਂ ਸਟੂਡੀਓ ਸੈਸ਼ਨਸ ਕਰਦੇ ਹੋ ਲੋਕਾਂ ਤੋਂ ਰეკਮੈਂਡੇਸ਼ਨਸ ਲੈਂਦੇ ਹੋ ਲੋਕਾਂ ਨੂੰ ਸੁਣਾਉਂਦੇ ਹੋ ਹਾਊ ਡੂ ਯੂ ਲਾਈਕ ਦ ਸੌਂਗ ਗਿਵ ਮੀ ਫੀਡਬੈਕ ਕੋਈ ਰੱਬ ਦਾ ਬੰਦਾ ਆ ਕੇ ਤੁਹਾਨੂੰ ਇਹ ਨਹੀਂ ਕਹਿ ਕੇ ਗਿਆ ਕਿ इस मार्केट दे गाना थोड़े चकमे हुंदे हैं बीबा थोड़े चकमे गीत गाओ So what was the feedback like the people who don't understand कि हर आवाज चकनी नहीं हुंदी बिल्कुल so what happened was कि ਜਦੋਂ ਮੇਰਾ ਗਾਣਾ ਆਇਆ so ਸਾਡੇ ਵੀ ਜਿਵੇਂ ਰਿਸ਼ਤੇਦਾਰ we have lots and lots of people who didn't understand the song. I think still so many people don't understand what I was trying to say. It's about being confident in who you are. बिल्कुल It's not about कि ਆਪਾਂ डिस ਕਰ ਰਹੇ ਹਾਂ ਕਿਸੇ ਮੁੰਡੇ ਨੂੰ ਕਿ ਤੂੰ ਕੀ ਚੀਜ਼ ਹੈ It's about ਕਿ ਹਾਂ ਯਾਰ I'm so in love with myself that ਮੇਰੇ ਪਿੱਛੇ ਸਾਰੀ ਦੁਨੀਆ ਪਾਗਲ ਹੈ It could be any girl This could be any girl who's sitting at home who's listening to the song and ਉਹ feel ਕਰ ਰਹੀ ਹੈ ਆਪਣੇ ਆਪ ਨੂੰ ਕਿ ਯਾਰ ਬਸ ਹਾਂ ਮੈਂ ਆ And that confidence I think ਉਹ ਮੇਰੇ ਚ ਹੈ And I wanted that to be in my songs. In fact, ਜਿਹੜਾ ਹੁਣ ਗਾਣਾ ਆ ਰਿਹਾ ਹੈ ਉਹ ਚ ਵੀ ਇਦਾਂ ਹੈ ਕਿ ਮੇਰੇ ਲੱਕ ਦੇ ਹੁਲਾਰੇ ਮੈਂ ਮਾਰੇ ਮੁੰਡੇ ਸਾਰੇ ਵਾਹ ਕੀ ਬਾਤ ਹੈ And I'm very very grateful ਕਿ ਮੈਨੂੰ ਇੰਨੀ ਵਧੀਆ ਟੀਮ ਮਿਲੀ ਹੈ ਕਿ ਉਹ ਇਸ ਚੀਜ਼ ਨੂੰ empower ਕਰਦੇ ਹੈ ਬਿਲਕੁਲ ਕਿ I had word with Kaptan ਜਿਨ੍ਹਾਂ ਨੇ ਪਹਿਲਾ ਗਾਣਾ ਲਿਖਿਆ and the second song is also coming out from him. He understands me very well कि ਉਹਨਾਂ ਨੂੰ ਇਦਾਂ ਕਿ I don't have to explain I don't have to say that I don't want to sing a particular song and even when I met my team in Bombay so ਉਹਨਾਂ ਨਾਲ they love that about me ਕਿ ਇਹ ਕੁੜੀ confident ਹੈ and she loves that she is the way she is and she will not change it ਕਿ I'll sing a song for say ਕਿ ਹਾਂ ਮੈਨੂੰ ਇਹ ਲੈ ਦੇ ਮੈਨੂੰ ਝਾਂਜਰ ਲੈ ਦੇ of course ਇੱਕ ਕੁੜੀ ਕਹਿੰਦੀ ਹੈ ਮੈਨੂੰ ਇਹ ਲੈ ਦੇ ਮੈਨੂੰ ਝਾਂਜਰ ਲੈ ਦੇ ਮੈਨੂੰ ਦੁਪੱਟਾ ਲੈ ਦੇ ਮੈਨੂੰ ਪਰਾਡਾ ਲੈ ਦੇ ਮੈਨੂੰ I know ਕਿ ਆਪਾਂ ਆਪ ਲੈ ਲਾਂਗੇ true that I can buy that myself but ਫਿਰ ਉਹ they love that about me and ਉਹਨਾਂ ਨੇ ਵੀ ਇਸ ਚੀਜ਼ ਨੂੰ ਬਹੁਤ support ਕੀਤਾ and that's how my first song came out ਕਿ ਉਹਦੇ ਸਾਰੇ lyrics ਇਦਾਂ ਹੈ ਕਿ ਹਾਂ ਸ਼ਾਹਤ it's about not just me That's how I sang it. That's how I had in my mind. Right. But any girl listening to it,
I'm sure ਉਹ ਸੋਚਦੀ ਹੋਊਗੀ ਕਿ ਹਾਂ you know song ਨੂੰ feel ਕਰਦੀ ਹੋਊਗੀ ਸੁਣਦੇ ਹੋਏ ਕਿ who are you? I know. Who are you? Yeah. I know. That's ਚਾਹਤ ਗਿਲ। ਅੱਜ ਕੱਲ ਦੇ ਟ੍ਰੈਂਡ ਦੇ ਵਿੱਚ ਬਣੇ ਰਹਿਣ ਵਾਸਤੇ ਆਪਦੀ ਲੁੱਕਸ ਦੇ ਉੱਤੇ ਤੇ ਆਪਦੀ ਪਰਫਾਰਮੈਂਸ ਦੇ ਉੱਪਰ ਬਹੁਤ ਕੰਮ ਕਰਨਾ ਪੈਂਦਾ। ਬਿਲਕੁਲ। ਤਾਂ ਤੁਸੀਂ ਆਪਣੇ ਆਪ ਨੂੰ ਉਸ ਚੀਜ਼ ਵਾਸਤੇ ਲਾਈਕ ਆਰ ਯੂ ਇਨਟੂ ਦ ਸੈਲੂਨਸ ਆਲ ਦ ਟਾਈਮ, ਆਰ ਯੂ ਇਨਟੂ ਦ ਜਿਮਨੇਜ਼ੀਅਮ ਆਲ ਦ ਟਾਈਮ, ਔਰ I have good genetic things, so I am going to be like this forever. I think we can't ignore the genes. It's mom and dad for sure. Right. But like I agree कि हाँ आजकल you know it's just not about singing alone. You have to look presentable. You have to like be there कि हाँ कि I am something in people. So I'm not the person to be always in salons or you know be in gym. But yeah, I do frequently go to gym. At least I try to be regular 4 days a week. Okay. Yeah. That's pretty much. Yeah, I try. I mean, I try. But I'm not stopping on the junk because these are my good years. I know, है ना? I saw you're a foodie. You love eating. Yeah. But from ਤੁਹਾਡੀ ਕਾਇਆ ਤੋਂ ਨਾ ਇਹ ਪਤਾ ਨਹੀਂ ਲੱਗਦਾ ਕਿ ਤੁਸੀਂ foodie ਹੈਗੇ ਹੋ, and you're blessed I think that ways. ਅਸੀਂ ਤੇ ਹਵਾ ਵੀ ਅੰਦਰ ਲੈ ਲਈਏ ਤੇ ਸਾਡੇ 2-3 ਇੰਚ ਵੱਜ ਜਾਂਦੇ ਨੇ, but still I think I used to be like that. ਅੱਛਾ really? ਮੈਂ ਬਹੁਤ gain ਕਰ ਲਿਆ ਸੀ boards 'ਚ. I think I've lost at least 15 kgs. Wow. So I put in a lot hard work for that. ਉਦੋਂ ਮੈਂ ਮਤਲਬ ਦਿਨ 'ਚ 2-2 ਵਾਰੀ I used to go. ਇੱਕ ਵਾਰੀ cardio, ਇੱਕ ਵਾਰੀ muscle training. So gradually ਉਹ ਚੀਜ਼ ਫਿਰ COVID 'ਚ ਬਹੁਤ ਮੈਂ ਇੰਨਾ ਸਾਈਕਲ ਚਲਾਇਆ ਨਾ ਮਤਲਬ ਹੈ ਨਾ, ਉਹਦੇ 'ਚ ਤੇ ਸਾਰਿਆਂ ਨੇ ਮੈਨੂੰ ਲੱਗਦਾ ਸਾਈਕਲ ਖਰੀਦ ਲਿਆ ਸੀ, ਬਹੁਤ ਸਾਈਕਲ ਭਾਵੇਂ ਉਹਦੇ ਤੇ ਜੰਕ ਲੱਗ ਰਿਹਾ with my friends and we all lost so much weight. I know. That was the only pastime na that we had that time. ਤੇ ਸ਼ੁਕਰ ਕਰਕੇ ਤੇ ਘਰੋਂ ਬਾਹਰ ਨਿਕਲਣ ਦਿੰਦੇ ਸੀ। ਕਿਆ ਹਵਾ ਸੀ ਉਦੋਂ, Pure and pious. ਠੰਡੀ। True that. But ਹੁਣ ਅੱਜ ਦੀ ਜਨਰੇਸ਼ਨ ਦੇ ਵਿੱਚ ਬਹੁਤ ਸਾਰੇ ਸਿੰਗਰਸ ਹੈਗੇ ਨੇ ਜਿਹੜੇ ਐਜ਼ ਪਰਫਾਰਮਰਸ ਬਹੁਤ ਸਟਰੋਂਗ ਹੈਗੇ ਹੈ ਨਾ, ਬਟ ਉਹਨਾਂ ਦੀ ਆਵਾਜ਼ ਕਿਤੇ ਪੱਕੀ ਨਹੀਂ ਹੈਗੀ। ਬਟ ਤੁਹਾਡੇ ਕੋਲ ਐਟਲੀਸਟ ਘਰੇ ਇੰਨਾ ਕੁ ਤਾਂ ਹੈਗਾ ਯੂ نو ਸਬਸਟੈਂਸ ਕਿ ਤੁਸੀਂ ਆਪਣੀ ਆਵਾਜ਼ ਤੇ ਵੀ ਉਨਾ ਹੀ ਕੰਮ ਕਰ ਸਕਦੇ ਹੋ ਤੇ ਆਪਣੀ ਪਰਫਾਰਮੈਂਸ ਤੇ ਵੀ। ਸੋ ਵੈਨ ਯੂ ਵਰ ਅਬਾਊਟ ਟੂ ਪਰਫਾਰਮ ਯੋਰ ਫਰਸਟ ਸੌਂਗ, ਡਿਡ ਯੂਰ ਫਾਦਰ ਐਵਰ ਗਿਵ ਯੂ ਅ ਟਿਪ ਕਿ ਬੇਟਾ ਇਹ ਚੀਜ਼ ਕਦੇ ਨਹੀਂ ਭੁੱਲਣੀ no matter how big you are? ਸੋ ਜਦੋਂ ਮੇਰੇ ਫਾਦਰ ਦੀ ਮਤਲਬ ਲਾਈਕ ਹੀ ਸਟਿਲ ਟੈਲਸ ਮੀ ਕਿ ਹੁਣੇ ਜਦੋਂ ਆਈ ਰੀਸੈਂਟਲੀ ਪਰਫਾਰਮਡ ਐਟ IPL, I was very nervous because the first time I performed ਉਦੋਂ ਮੈਂ ਸਕੂਲ 'ਚ it was my first solo performance ਤੇ ਮੈਂ ਸਕੂਲ ਦੇ ਸਟੇਜ ਤੇ I blanked out. I forgot the lyrics and I still remember ਕਿ ਮੈਂ ਮਤਲਬ ਸਾਰੇ ਸਕੂਲ ਦੇ ਸਾਹਮਣੇ they were looking at me ਕਿ ਯਾਰ ਇਹ ਤਾਂ ਠੀਕ ਗਾਉਂਦੀ ਹੈ, ਇਹ ਗਾ ਕਿਉਂ ਨਹੀਂ ਰਹੀ? I forgot the lyrics and I was so anxious ਕਿ ਉਸ ਤੋਂ ਬਾਅਦ ਮੈਨੂੰ ਇਸ ਚੀਜ਼ ਤੋਂ ਕਾਫੀ ਜ਼ਿਆਦਾ ਡਰ ਲੱਗਣ ਲੱਗ ਗਿਆ ਕਿ ਮਾਈਕ ਤੋਂ, ਜਿਵੇਂ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਰੀਸੈਂਟਲੀ ਜਦੋਂ ਮੈਂ ਜਾਣਾ ਪਾਪਾ ਨਾਲ ਸ਼ੁਰੂ ਕੀਤਾ ਤੇ ਉਹਨਾਂ ਨੇ ਕਹਿ ਦੇਣਾ ਤੁਸੀਂ ਵੀ ਗਾਓ, I had this thing ਕਿ ਹਾਂ ਮੈਂ ਬੇਇੱਜ਼ਤੀ ਨਹੀਂ ਕਰਵਾ ਸਕਦੀ, you know I have my dad with me and everybody looks up to him. So ਇੱਕ ਉਸ ਚੀਜ਼ ਦੀ ਰਿਸਪੌਂਸਿਬਿਲਿਟੀ ਬਿਲਕੁਲ ਹੈਗੀ ਹੈ, but I like that ਕਿ ਹਾਂ people expect better or good from you. ਬਿਲਕੁਲ। ਤੇ ਜਦੋਂ coming back to the performance, I blanked out. ਮੈਨੂੰ ਕੁਝ ਵੀ ਯਾਦ ਨਹੀਂ ਸੀ। ਉਸ ਦਿਨ ਤੋਂ ਮੈਨੂੰ ਸਟੇਜ ਤੋਂ ਬਹੁਤ ਡਰ ਲੱਗਣ ਲੱਗ ਗਿਆ ਤੇ ਮੈਂ ਇੰਟਰਵਿਊਜ਼ ਵੀ ਖਾਸ ਕੀਤੀਆਂ ਨਹੀਂ। So when I performed, my dad was not here. He was in Delhi. And I wanted to be him there. Ke papa kuch das denge. But he was the last person I called before I got on the stage. My mom was right next to me. And she always has to be. I can't really survive without her. Right. Yeah. So मैं पापा ने क्या पापा मैं चढ़न लगी हाँ, please wish me luck. ਪੁੱਤ ਤੂੰ ਛਾ ਜਾਣਾ, ਤੂੰ ਚੜ ਸਟੇਜ ਤੇ ਤੂੰ ਤਾਂ ਛਾ ਜਾਣਾ, ਤੂੰ you just go and tell everybody who you are and what you are worth. Right. So ਜਦੋਂ ਮੈਂ ਸਟੇਜ ਤੇ ਚੜੀ, ਪਹਿਲਾਂ ਤਾਂ ਇੰਨੀ ਐਂਜ਼ਾਈਟੀ ਸੀਗੀ ਨਾ, 2 ਦਿਨ ਪਤਾ ਨਹੀਂ ਮੈਂ ਉੱਥੇ ਕੀ ਕਰਾਂਗੀ, ਠੀਕ ਮਤਲਬ will I perform well, will I ਮਤਲਬ એનર્ਜੀ ਹੋਏਗੀ ਪੂਰੀ ਕਿ ਨਹੀਂ, ਹੈ ਨਾ। ਤੇ ਔਰ ਇੱਕ ਉਹ ਪਿਛਲਾ ਉਹਦਾ ਵੀ ਸੀਗਾ ਟਰਾਮਾ ਕਿ ਹਾਂ ਬਲੈਂਕ ਹੋ ਗਈ ਮੈਂ ਉਦੋਂ। ਤੇ ਆਈ ਸ਼ੇਅਰ ਦੈਟ ਵਿਦ ਮੰਮਾ। ਮੈਂ ਕਿਹਾ ਮੰਮਾ ਕੋਈ ਕੁਛ ਮੈਨੂੰ ਪਲੀਜ਼ ਐਂਜ਼ਾਈਟੀ ਕੁਛ ਮੈਨੂੰ ਕਿਸੇ ਕੋਲ ਲੈ ਹੀ ਜਾਓ ਕਿ ਮੇਰੀ ਐਂਜ਼ਾਈਟੀ ਨਾ ਹੋਏ ਮੈਨੂੰ, ਬਿਕਾਜ਼ ਇਟਸ ਅ ਬਿਗ ਥਿੰਗ ਐਂਡ ਇਟਸ ਮਾਈ ਫਰਸਟ ਟਾਈਮ। ਆਈ ਡੋਂਟ ਹੈਵ ਐਨੀ ਚਾਂਸ ਟੂ ਫੇਲ ਹੇਅਰ। She was like, you'll do well, it's okay. मैं पाठ कर रही हूँ दिन रात, you'll do well. Yeah, right. But you won't believe the moment I got on the stage,
I felt like I owned it. Love. मैं सब भूल गई कि यार मैं नर्वस हाँ कि मैं कुछ I was just like हाँ कितना मोहाली I saw that video Yeah, in the yeah, black yeah. outfit. है ना? Yeah. I saw you grooving on the stage. And when my dad saw the video, he was so proud. He said, मेरी ਜਦੋਂ ਪਹਿਲੀ performance ਸੀ ਮੈਂ ਤਾਂ ਮਤਲਬ ਮਸਾਂ ਉਹਨਾਂ ਕ ਗਾਇਆ ਤੂੰ ਤਾਂ ਚੜਦੇ ਸਾਰੀ ਕਿਦਾਂ ਮੋਹਾਲੀ I was very confident because ਇੱਕ ਹੁੰਦਾ ਨਾ ਕਿ ਉਦੋਂ ਮੈਨੂੰ realization ਹੋਈ ਕਿ I am made for this. Right. I owned it like it was my own thing. And here on the contrary, how would you react when people call celebrity kids as Nippo kids? You know, there's a lot of nepotism tag added, 100%. but at the end of the day, isn't it a market for the masses? Yeah, Like 100%. you could be a celebrity kid of any superstar, but 100%. in the end of it, ਮੈਨੂੰ ਲੱਗਦਾ ਕਿ ਜਦ ਤੱਕ ਤੁਹਾਨੂੰ masses ਨਹੀਂ accept ਕਰਦੇ Exactly. ਤਦ ਤੱਕ ਤੁਸੀਂ Exactly. no matter who you are ਹੋਗੇ ਹੈ ਨਾ? Exactly. ਤੇ ਬਟ ਜਦੋਂ ਕਦੀ ਇਹ ਹੁੰਦਾ ਕਿ ਲਿੰਕਸ ਹੁੰਦੇ ਆ ਪੈਰੈਂਟਸ ਦੇ ਹਾਂ agreed. ਉਹ ਹੀ ਹੁੰਦਾ ਨਾ ਜੇ ਬਿਲਕੁਲ, ਤੁਸੀਂ ਬਿਲਕੁਲ। ਬੀਜਿਆ ਤਾਂ ਤੁਸੀਂ ਫਲ ਮਾਂ-ਬਾਪ ਨੇ ਤਾਂ ਬੱਚਿਆਂ ਦੇ ਹੀ ਖਾਣੇ ਆ ਨਾ ਸੋ ਬਟ ਦ ਥਿੰਗ ਇਜ਼ ਦੈਟ ਇਟ ਆਲਸੋ ਕਮਸ ਐਜ਼ ਅ ਟੈਗ Yeah. ਹੈ ਕਿ Of ਤਾਂ course. ਤੁਸੀਂ ਕਿਵੇਂ ਰਿਐਕਟ ਕਰਦੇ ਹੋ ਇਸ ਚੀਜ਼ ਤੇ So ਮੇਰਾ ਤਾਂ ਹਜੇ ਲਾਈਕ ਲੋਕੀ ਜਾਣਦੇ ਹੀ ਨਹੀਂ ਹੈ about ਕਿ ਮੈਂ I didn't socialize much about it that I come from this family. I am his daughter. But I'm really proud and blessed to be in this family, to be born to such a legendary singer. ਬਿਲਕੁਲ And ਮੈਨੂੰ ਵਧੀਆ ਲੱਗਦਾ ਮੈਂ ਜਿੱਥੇ ਜਾਂਦੀ ਆ ਤੇ ਮੈਨੂੰ ਕਹਿੰਦੇ ਆ ਕਿ ਯੂ نو ਅਸੀਂ ਤੁਹਾਡੇ ਡੈਡ ਦੇ ਗਾਣੇ ਬਹੁਤ ਸੁਣੇ ਆ ਯੂ نو ਹੀ ਵਾਸ ਸੱਚ ਗ੍ਰੇਟ ਸਿੰਗਰ ਬਿਲਕੁਲ ਆਪਣੇ ਟਾਈਮ ਤੇ ਉਹ ਚੀਜ਼ ਤਾਂ ਯੂ نو ਯੂ will never get rid of and I don't want to it. I love that I am his daughter. So nepotism ਦੀ ਜੇ ਆਪਾਂ ਗੱਲ ਕਰੀਏ of course I will not deny ਕਿ ਇਸ ਚੀਜ਼ ਦੇ privileges ਬਹੁਤ ਨੇ ਕਿ if you want to talk to somebody you have everybody in the loop but it's not sure shot that they are going to call Help you in back return, yeah, or exactly. it's not sure shot that song is going to be accepted by the people. ਉਹ ਚੀਜ਼ ਲੋਕਾਂ ਦੇ ਦਿਲ ਵਿੱਚ ਵਸਣਾ is a very different thing. ਮਤਲਬ ਇਹ ਤੁਸੀਂ ਜਿੰਨੇ ਮਰਜੀ ਹੁਣ ਜੇ ਆਪਾਂ ਐਗਜ਼ਾਮਪਲਸ ਲਈਏ I don't want to name anybody but ਇੰਨੇ ਲੈਜੈਂਡਰੀ ਲੋਕ ਨੇ ਤੇ it's not necessary ਕਿ ਉਹਨਾਂ ਦੇ ਬੱਚਿਆਂ ਨੇ ਓਨਾ ਹੀ ਬਿਲਕੁਲ you know ਨਾਮ ਕਮਾਇਆ ਹੈ ਜਾਂ ਬਿਲਕੁਲ ਓਨੀ ਹੀ ਸ਼ੌਹਰਤ ਕਮਾਈ ਹੈ ਜਾਂ they're as great as their I look up to him. I really wish ਕਿ ਮੈਂ ਮਤਲਬ ਉਹਨਾਂ ਵੱਡੀਆਂ ਗ੍ਰਾਫ ਆਪਣੇ ਕੈਰੀਅਰ 'ਚ ਅਚੀਵ ਕਰਾਂ ਕਿ ਮੈਨੂੰ ਵੀ ਲੋਕੀ ਲਾਈਕ they look up to me ਕਿ ਹਾਂ you know what ਕਿ it's not about nepotism because many kids are doing and it's not necessary that everybody is doing as good as their fathers. So yeah, nepotism does come with lots and lots of privilege that you can reach out to people but it's not necessary ਕਿ ਲੋਕੀ ਉਸ ਚੀਜ਼ end of the day ਗੱਲ ਤਾਂ ਉਹੀ ਹੈ ਨਾ ਕਿ ਜੇ ਲੋਕਾਂ ਨੂੰ ਤੁਸੀਂ ਪਸੰਦ ਆਓਗੇ then you are going to be great. You're not going to be great if you come from a musical background or you have some legendary hand on you. Otherwise, be it whosoever, Yeah. you will be gone with the wind if you don't sing well. In fact, Papa di generation, Papa di genre is very different from how music is these days. Even your voice, it's very, you know, ਖੁੱਲਾ ਗਾਉਂਦੇ ਹੋ ਤੁਸੀਂ ਮੈਂ loud ਨਹੀਂ ਕਹਿਣਾ ਚਾਹਦੀ ਪਰ ਤੁਸੀਂ ਖੁੱਲ ਕੇ ਗਾਉਂਦੇ ਹੋ ਬਿਲਕੁਲ which is very rare, you know. My dad, he has pushed me a lot ਪੁੱਤ ਖੁੱਲ ਕੇ ਗਾਉਣਾ even when I used to go to studios he was like ਆ ਦਬੀ ਹੋਈ ਆਵਾਜ਼ ਨਹੀਂ ਪੁੱਤ ਇੱਥੋਂ ਆਉਣੀ ਚਾਹੀਦੀ ਹਿੱਕ ਤੋਂ ਬਿਲਕੁਲ I think that's something that not everybody can do and ਇਹ ਇੱਕ ਹੋਰ ਚੀਜ਼ ਇਹ ਹੁੰਦੀ ਹੈ ਕਿ ਤੁਸੀਂ ਜਿੱਦਾਂ ਅਸੀਂ ਡਿਸਕਸ ਵੀ ਕਰ ਰਹੇ ਸੀ ਤੁਸੀਂ ਆਊਟਰ ਰਿੰਗ ਰੋਡ ਲਿੱਤੀ ਹੋਈ ਹੈ ਯੂ ਨਾਟ ਗੋਇੰਗ ਵਾਇਆ ਮੋਹਾਲੀ ਟੂ ਬੰਬੇ ਟੂ somewhere else. You are taking the other way around. So you're going from Mumbai, you have come to Punjab, you know. Why that circle? Why did you not go along the path that was very easily available for you? Ethe bhi labels hege hain. Why did you not get signed to a local label? Obviously your father would be having very good relationships with all these labels. In fact papa nu bahut offers aaye papa de jo friends sige purani industry cho and they're doing really well and they have great labels right now. bahut offers aayiyan but ਮੈਨੂੰ ਉੱਥੇ ਉਹ ਚੀਜ਼ ਮਤਲਬ ਇਦਾਂ
feel नहीं होया कि it's where I belong. They did not recognize your sound? Yeah, they did. They loved it. In fact, आज भी many people say कि हाँ ਆਪਾਂ गाना ਕਰਦੇ ਆਂ इधर दा, but like ਉਹੀ ਗੱਲ ਹੈ ਕਿ I don't want to choose that path. I want to take that way. So ਉਹ ਵੀ ਚੀਜ਼ ਇਦਾਂ ਹੈ ਕਿ ਹੁਣ people would say ਕਿ ਹਾਂ they have approach and they can take that road or this road, but it's not that way. In fact, ਜਿਹੜੇ ਪਾਪਾ through office ਆਈਆਂ ਸੀਗੀਆਂ ਉੱਤੇ ਤਾਂ I didn't even choose that path. ਜਿਹੜੀ ਪਾਪਾ ਇੱਕ ਕੇਜੀ ਕੁੜੀ ਹੈ, ਇੱਕ ਤਾਂ ਮੈਨੇ ਬੰਦੇ ਲਿਆ ਕੇ ਖੜੇ ਕਰ ਰਹੇ ਥੇ ਤੇ ਮੰਨਦੀ ਨਹੀਂ ਹੈਗੀ, ਕੋਈ ਸਮਝਾਓ ਇਹਨੂੰ, ਤੇ ਬੱਚਾ ਮੇਰੀ ਸੁਣਦਾ ਨਹੀਂ I think ਪਾਪਾ ਬਹੁਤ ਇੱਕ ਟਾਈਮ ਤੇ ਜਦੋਂ ਮੈਂ ਇੰਨੀਆਂ ਨੋਸ ਕਹਿਤੀਆਂ ਸੀਗੀਆਂ ਪਾਪਾ ਕਾਫੀ ਟੈਂਸਡ ਹੋ ਗਏ ਸੀਗੇ ਕਿ ਇਹਨੇ ਪੜ੍ਹਾਈ ਵੀ ਛੱਡਤੀ, ਜੇ ਇੱਧਰ ਕੰਮ ਕਰਨਾ ਹੈ ਤੇ ਇਹ ਕੰਮ ਵੀ ਨਹੀਂ ਕਰ ਰਹੀ, ਤੇ ਉਹ ਫਿਰ ਉਸ ਟਾਈਮ ਤੇ ਤਾਂ ਸਾਰਿਆਂ ਨੂੰ ਹਿੱਟ ਹੋ ਰਿਹਾ ਸੀਗਾ ਕਿ ਪਤਾ ਨਹੀਂ ਕੱਲ ਨੂੰ ਇਹ ਆਫਰਸ ਮਿਲਣ ਨਾ ਮਿਲਣ, ਹਨਾ, ਕਿ ਇਫ ਪੀਪਲ ਆਰ ਆਸਕਿੰਗ ਅਬਾਊਟ ਯੂ ਦੈਨ ਵਾਈ ਨਾਟ। ਮੈਨੂੰ ਕਦੇ ਲੱਗਿਆ ਹੀ ਨਹੀਂ ਕਿ ਯਾਰ ਮੈਂ ਉਹਨਾਂ ਨਾਲ ਮੇਰਾ ਮਾਈਂਡਸੈਟ ਮਿਲੂਗਾ। ਆਈ ਵਾਂਟਡ ਸਮਬਡੀ ਟੂ ਬੀ ਐਜ਼ ਪੈਸ਼ਨੇਟ ਅਬਾਊਟ the way I am. I don't want anybody to change me. ਕਿ ਹਾਂ ਕਿ ਮੋਲਡ ਕਰਦੇ ਆ ਜਿਵੇਂ ਬੰਦੇ ਨੂੰ ਕਿ ਇਹਨੂੰ ਕਾਪੀ ਕਰ ਲਓ, ਇਦਾਂ ਦਾ genre. I don't want to copy. I just want to be me. ਕਿ ਹਾਂ ਹੁਣ ਜਿਵੇਂ ਦੇ the songs that I am singing, I don't think I'm thinking about anybody ਕਿ ਹਾਂ ਕਿ ਇਦਾਂ ਦਾ ਕੰਮ ਕਰਨਾ ਹੈ ਪਰ ਤੁਹਾਡੀ ਆਵਾਜ਼ ਜਿਹੜੀ ਹੈਗੀ ਹੈ, ਜਿਹੜੀ ਤੁਹਾਡੀ ਆਵਾਜ਼ ਦੀ ਬੇਸਿਕ ਟੋਨ ਹੈਗੀ ਹੈ, ਬਿਲਕੁਲ resembles a lot with the Jasmine Sanders. ਕਿਸੇ ਨੇ ਤੁਹਾਨੂੰ ਕਿਹਾ ਕਿ ਕਦੀ I love her songs, Jasmine Sanders ਦੀ I love her songs. ਆਵਾਜ਼ ਹੈ ਤੁਹਾਡੀ। ਨਹੀਂ ਹਜੇ ਤੱਕ ਤਾਂ they haven't mentioned, but I love her songs. In fact, ਮੈਂ ਉਹਦੇ ਗਾਣੇ ਬਹੁਤ ਸੁਣੇ ਆ। me and my friends, we used to jam on her songs. We love her songs. And even her personality, she's like bindas. Bilkul. But then again, she gets trolled a lot on social media. But that comes with it. I think public figure je tusi ho te you are going to be open to negativity as well as positivity. But I feel that she does not care about who's ever saying anything. ਉਹੀ ਤਾਂ ਗੱਲ ਹੈ, ਆਪਣੇ ਚ ਇੰਨਾ confidence ਹੋਵੇ ਕਿ ਮੇਰੇ ਵਰਗਾ ਨਹੀਂ ਕੋਈ ਲਿਆ ਦਿਓ ਨੇਰੀਆਂ। I know. ਇੱਕ ਚੀਜ਼ ਅੱਛਾ ਮੈਂ ਪੁੱਛਣਾ ਚਾਹਦੀ ਸੀ ਤੁਹਾਨੂੰ, there is an age wherein you're a performer, ਠੀਕ ਹੈ, ਤੁਸੀਂ ਸਟੇਜ ਤੇ ਜਾਂਦੇ ਹੋ and everything. For men, especially Punjabi men, after they get married and they have one jawak, why do Punjabi fathers have this tid after that? Why do they develop this round tid? Because even when I was checking your father's profile, I said, why do they have side eye? ਉਹ ਨਹੀਂ ਘਟਦਾ, ਉਹ ਕਾਫੀ ਸਾਲ ਹੋ ਗਏ ਇਹਨਾਂ ਨੂੰ ਨਾ। And they have this ਤੁਸੀਂ ਹੁਣੇ ਪੁੱਛ ਲਓ ਮੇਰਾ ਕੱਲ ਪੁੱਤ ਕੱਲ ਦੇ ਕੱਲ ਮੈਂ ਜੋਗਿੰਗ ਜਾਊਂਗਾ, ਮੇਰਾ ਢਿੱਡ ਟੁੱਟ ਨਹੀਂ ਰਹਿਣਾ। I know and they're proud of it. ਥੋੜਾ ਜਿਹਾ ਹੋਣਾ ਚਾਹੀਦਾ, ਬੰਦੇ ਦਾ ਰੋਬ ਲੱਗਦਾ, this is what ਖਾਂਦੇ ਪੀਂਦੇ ਕਰਦੇ ਲੱਗੀਦਾ। And I was like, ਤੁਸੀਂ performers ਹੈਗੇ ਹੋ, why does this have to be out in the personality? Why not something else? You can play around with something else. But on the contrary, I believe females are taking care of themselves more these days. Of course, 100%. But keeping up to the trend, what is your take about people going through the knife, going under the knife for different procedures? And would you want to be a part of that league to just keep up with the trend? Or I think ਜਿਹੜੇ matlab they go through those procedures, they feel confident in that. I don't have anything against them. You should be happy in who you are. Right. It could be without the procedures or it could be with the procedures. It's not necessary कि आपा एक beauty standards meet करन वास्ते you have to undergo something or you have to make yourself at least 10 kgs less or 10 kgs more. ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਥਿੰਕ ਆਪਣੇ ਚ ਬਸ ਬੰਦਾ ਕੂਲ ਹੋਵੇ, ਵਧੀਆ ਲੱਗੇ ਆਪਣੇ ਆਪ ਨੂੰ, ਬਾਕੀਆਂ ਦਾ ਕੀ ਕਰਨਾ। I mean, you sound so much like, who cares about the world? Yeah, that's it. I mean, just love yourself. If you're happy standing in front of the mirror, कि हाँ यार मैं आज सोनी लग रही हूँ, that's it. That's it, right? You don't need validation. Lovely. Yeah. How many cities have you toured? How many countries have you toured till now? I have been to Bombay and I have been to Rajasthan. I've explored Rajasthan very well. And ਉੱਥੇ ਮੇਰਾ ਪਹਿਲਾ ਸ਼ੂਟ ਸੀ। Okay.
and I've been to North India haje tak. You haven't been able to go mountains and all. Okay, No, alright. I really want to explore South though. So have you traveled overseas? Not yet. Not yet. Yeah. Acha, okay, you never tagged along with your father? I went when I was a baby, but that doesn't count. Acha, okay. So you So got- Papa de tours है ना? though. Yeah. But your father keeps traveling a lot. है ना? Yeah, he does does. travel. He He does. does travel. Future projects ਦੇ ਵਿੱਚ ਅਸੀਂ ਤੁਹਾਨੂੰ ਕਿਹੜੇ projects ਦੇ ਵਿੱਚ besides songs ਤੁਸੀਂ ਦਿਮਾਗ ਦੇ ਵਿੱਚ ਕੀ ਲੈ ਕੇ ਚੱਲ ਰਹੇ ਹੋ ਆਪਣੀ the ladder to success ਦੇ ਵਿੱਚ? I think haje mein movies chita I'm really not interested because I think the content needs to be more versatile. Do you want to do Punjabi films? You don't want to do Punjabi films because Many, I actually, can there's see nothing from against- your, I mean, personality. You're like, I am not meant for Punjabi films. Talk to me about Bollywood or Hollywood. It's the kind of body language he's emitting. But of course, do you look up to that cinema, Bollywood or Hollywood? Are you inspired by anybody? अपनी म्यूजिक इंडस्ट्री इतनी ग्रो हुई है कि आई एम रियली प्राउड ਜਦੋਂ ਆਪਣੇ ਪੰਜਾਬੀ ਗਾਣੇ ਇੰਟਰਨੈਸ਼ਨਲੀ ਐਵਰੀਵੇਅਰ everybody is listening to our Punjabi And music. આજકાલ ਤਾਂ Hollywood collaborations are coming in know. as easy as like Yeah. anything. They want to collaborate. बिल्कुल, बिल्कुल. I mean Diljit, I have no words for him. I have no words for him. He has won in I know. life. I know. So ਉਹੀ ਜੇ ਮੈਂ ਕਮਿੰਗ ਬੈਕ ਟੂ ਦ ਮੂਵੀਜ਼ ਪਾਰਟ ਕਿ ਮੈਨੂੰ ਇਹ ਲੱਗਦਾ ਹੈ ਕਿ ਆਪਣਾ ਸਿਨੇਮਾ ਗਰੋ ਕਰਨਾ ਚਾਹੀਦਾ ਹੈ. ਦੇ ਸ਼ੁੱਡ ਬ੍ਰਿੰਗ ਅਪ ਮੋਰ ਟੌਪਿਕਸ, ਸੈਂਸਿਟਿਵ ਟੌਪਿਕਸ ਲੈ ਕੇ ਆਉਣ ਤੇ ਉਹੀ ਹਾਸੇ ਖੇਡਿਆਂ ਵਿੱਚ ਨਾ ਮਤਲਬ ਇਟਸ ਸੋ ਮੋਨੋਟਨਸ ਕਿ ਆਪਣੀ ਸਿਨੇਮਾ ਇੰਡਸਟਰੀ ਗਰੋ ਨਹੀਂ ਕਰ ਪਾ ਰਹੀ. ਤੇ ਇਹਦੇ 'ਚ ਇਹ ਹੈ ਕਿ ਜੋ ਲੋਕੀ they are trying to do something new, they are not getting much love from the audience. ਬਿਲਕੁਲ. ਕਿ audience appreciation end of the day ਬਹੁਤ ਮੈਟਰ ਕਰਦੀ ਹੈ ਕਿ ਜੇ ਲੋਕੀ ਉਹ ਚੀਜ਼ਾਂ ਵੇਖਣਗੇ ਤੇ ਉਹ ਸਾਡਾ ਸਿਨੇਮਾ ਗਰੋ ਕਰੂਗਾ. ਤੇ ਹੁਣ ਮਿਊਜ਼ਿਕ ਇੰਡਸਟਰੀ 'ਚ ਤਾਂ ਲਾਈਕ ਵੀ ਹੈਵ ਸੀਨ so much growth. People are getting so much love from all across the world. ਤੇ ਉਹ ਚੀਜ਼ ਆਈ ਵਿਸ਼ ਪੰਜਾਬੀ ਇੰਡਸਟਰੀ ਆਪਣੀ ਸਿਨੇਮਾ 'ਚ ਵੀ ਉਦਾਂ ਹੀ ਹੋਏ, ਗਰੋਥ ਹੋਏ, then I'll consider. Actually, when your father was into his journey of ups and downs, you said, Yeah. because ਤੁਸੀਂ growth ਦੀ ਗੱਲ ਕੀਤੀ ਤਾਂ ਉਹਨਾਂ ਦੀ ਵੀ journey ਬਾਰੇ ਗੱਲ ਕਰਨੀ ਬੜੀ ਜ਼ਰੂਰੀ ਹੈ. What kind of double standards did you see, did you witness throughout his journey, and things that you learnt, anything, any specific lesson in life that you gained out of that? Nothing is permanent. ਇਹ ਸਭ ਮਤਲਬ ਮੋਹ ਮਾਇਆ ਹੀ ਹੈ ਜਿਵੇਂ ਆਪਾਂ ਕਹਿੰਦੇ ਆ ਕਿ you get lots and lots of love when you are here. But once you start falling, people aren't there. ਉਹੀ ਚੜ੍ਹਦੇ ਸੂਰਜ ਨੂੰ ਸਲਾਮਾ. ਉਹੀ ਚੀਜ਼ ਹੈ ਕਿ ਮੈਂ ਪਾਪਾ ਨੂੰ ਵੇਖਿਆ ਕਿ ਇੱਕ ਟਾਈਮ ਤੇ ਪਾਪਾ ਕਿਤੇ ਵੀ ਜਾਂਦੇ ਸੀ, people would want to click pictures with him. They would go crazy ਕਿ ਹਾਂ ਪਲੀਜ਼ ਅਸੀਂ ਜਾਣਾ, ਮਮਾ ਪਾਪਾ ਸਾਰਿਆਂ ਨੇ ਖਾਣ ਪੀਣ ਤੇ ਪਾਪਾ ਨੂੰ ਆ ਕੇ ਲੋਕਾਂ ਨੇ ਮਿਲਣਾ. ਇੰਨਾ ਮੈਂ ਵੇਖਿਆ ਕਿ ਲੋਕਾਂ ਨੇ ਬਹੁਤ ਪਿਆਰ ਦਿੱਤਾ ਪਾਪਾ ਨੂੰ. ਇਨਫੈਕਟ ਅੱਜ ਵੀ ਬਹੁਤ ਪਿਆਰ ਕਰਦੇ ਹੈ. ਬਟ ਜਦੋਂ ਇੱਕ ਉਹ ਲੋ ਹਿੱਟ ਹੁੰਦਾ ਹੈ ਨਾ, ਇਟਸ ਲਾਈਕ ਤੁਹਾਡਾ ਬਾਹਰ ਨਿਕਲਣ ਨੂੰ ਵੀ ਨਹੀਂ ਜੀ ਕਰਦਾ ਉਸ ਟਾਈਮ ਤੇ. ਐਂਡ ਆਈਵ ਸੀਨ ਮਾਈ ਡੈਡ ਗੋਇੰਗ ਥਰੂ ਦੈਟ ਫੇਜ਼ ਐਂਡ ਇਟ ਹਰਟਸ ਮੀ ਕਿਉਂਕਿ ਇਸੇ ਕਰਕੇ ਲਾਈਕ ਵੈਨ ਆਈ ਵਾਜ਼ ਸੇਇੰਗ ਕਿ ਦੇ ਵਾਂਟਡ ਮੀ ਟੂ ਸਟੱਡੀ ਤੇ ਉਹਨਾਂ ਦਾ ਇਹ ਸੀ ਕਿ ਉਹ ਚਾਹੁੰਦੇ ਹੀ ਨਹੀਂ ਸੀ ਕਿ ਸਾਡੇ ਬੱਚੇ ਉਹ ਚੀਜ਼ ਵੇਖਣ ਕਿ ਜਿਹੜੇ ਲੋਕੀ ਤੁਹਾਨੂੰ ਇੱਦਾਂ ਕਰਕੇ ਬੁਲਾਉਂਦੇ ਆ ਉਸ ਤੋਂ ਬਾਅਦ ਦੇ ਡੋਨਟ ਕੇਅਰ. ਤੇ ਉਹ ਚੀਜ਼ ਇੱਕ ਆਈ ਥਿੰਕ ਪਾਰਟ ਆਫ ਲਾਈਫ ਹੈ, ਸਪੈਸ਼ਲੀ ਇਨ ਦਿਸ ਇੰਡਸਟਰੀ. ਤੇ one lesson that I got from all of this is ਕਿ just ਤੁਸੀਂ ਕਿਸੇ ਵੀ ਚੀਜ਼ ਨੂੰ ਆਪਣਾ ਨਾ ਮੰਨ ਕੇ ਬੈਠੋ ਹਮੇਸ਼ਾ ਵਾਸਤੇ. It will come, it will go. It's not going to be there with you forever. Because ਇਸ ਤੋਂ ਪਹਿਲਾਂ ਆਪਾਂ ਇੱਦਾਂ ਕੁਛ ਵੇਖਿਆ ਹੀ ਨਹੀਂ ਸੀ ਕਿ the lows are going to be so low. How low were they? They were very low. They were really very low. And I love my dad. He's so close to my heart. ਤੇ ਉਹ ਚੀਜ਼ ਫਿਰ ਮੇਰੇ ਤੋਂ ਆਪ ਵੀ ਨਹੀਂ ਵੇਖੀ ਜਾਂਦੀ. But I'm glad ਕਿਉਂਕਿ ਉਹ phase of life ਨੇ ਸਾਨੂੰ ਬਹੁਤ ਸਿਖਾਇਆ, ਲੋਕਾਂ ਬਾਰੇ ਸਿਖਾਇਆ ਕਿ ਲੋਕੀ ਵੀ ਪਰਮਾਨੈਂਟਲੀ ਨਹੀਂ ਰਹਿੰਦੇ ਤੁਹਾਡੀ ਲਾਈਫ 'ਚ. ਸਪੋਰਟ ਪਰਮਾਨੈਂਟਲੀ ਨਹੀਂ ਰਹਿੰਦੀ, ਇਹ ਫੇਮ ਪਰਮਾਨੈਂਟਲੀ ਨਹੀਂ ਰਹਿੰਦੀ. ਸੋ when I started off, I always had this mindset with me
कि बिंदास रहो, वधिया रहो, but don't expect people are going to stick around for a long time. So yeah. So do you have permanent friends who are with you? Yeah, I think मैं ਉਹਨਾਂ ਨੂੰ ਹੀ ਆਪਣਾ friends ਕਵਾਂਗੀ. The friends that I make in work, they're not my friends. They're the people I work with. Right. And ਉਹਨਾਂ ਨਾਲ work ਕਰਦੇ ਹੋਏ in the workspace, I enjoy. I hang out with them. I talk to them there. ਬਸ ਉੱਥੇ ਹੀ ਖਤਮ. ਜਦੋਂ ਘਰੇ ਗਏ I have my very close friends from school and I'm very glad ਕਿ ਮੇਰੇ ਨਾਲ ਅੱਜ ਵੀ ਉਹ ਜੁੜੇ ਹੋਏ ਨੇ ਤੇ they are like my family. Right. Yeah. You're pretty close to the political circle as well. From what I know, your father is very close to CM Saab and Karamjeet ji as well, now, who's also venturing into politics very soon. So singers generally turn into politicians later in life, you know, and so do actors. So ਤੁਹਾਨੂੰ ਤੁਹਾਡੇ ਫਾਦਰ ਨੂੰ ਕਦੀ ਕਿਸੇ ਨੇ ਸਲਾਹ ਨਹੀਂ ਦਿੱਤੀ ਕਿ ਲਾਅ ਵੀ ਕਰਾ ਰਹੇ ਹੋ ਤੇ ਤੁਸੀਂ ਵੀ ਹੈਗੇ ਹੀ ਹੋ ਤਾਂ ਮਾੜਾ ਜਿਹਾ ਪੋਲੀਟੀਕਲ ਵਾਲੀ ਆ ਜਾਓ, ਤੁਸੀਂ ਜਰਨੀ ਤੁਹਾਡੀ ਉੱਥੇ ਸ਼ੁਰੂ ਕਰਾਈਏ? ਆਪਾਂ ਨੂੰ ਸਲਾਹਾਂ ਤਾਂ ਬਹੁਤਿਆਂ ਨੇ ਦਿੱਤੀ ਕਿ ਹਾਂ ਯੂ نو ਹੁਣ ਤਾਂ ਘਰ ਦੀ ਗੱਲ ਹੀ ਹੈ ਕਿ ਵਾਈ ਨਾਟ ਐਵਰੀਬਡੀ ਆਲ ਯੋਰ ਫਰੈਂਡਸ ਆਰ ਦੇਅਰ ਐਂਡ ਬਿਕਾਜ਼ ਹੀ ਸਟਾਰਟਡ ਆਫ ਉਹੀ ਗੱਲ ਜਿਵੇਂ ਕਿ ਉਹਨਾਂ ਦੇ ਸਟਰਗਲ ਪੀਰੀਅਡ 'ਚ ਜਦੋਂ ਇਹ ਸਾਰੇ ਸਟਰਗਲ ਕਰ ਰਹੇ ਸੀ ਦੇ ਆਲ ਯੂਜ਼ਡ ਟੂ ਬੀ ਟੂਗੇਦਰ, ਰਾਈਟ, ਇਕੱਠੇ ਰਹਿੰਦੇ, ਇਕੱਠੇ ਖਾਂਦੇ ਪੀਂਦੇ, ਇਹਨਾਂ ਦਾ ਸਾਰਾ ਦਿਨ ਹੀ ਇਕੱਠੇ ਹੁੰਦਾ ਸੀ ਤੇ ਹੁਣ ਆਈ ਐਮ ਸੋ ਗਲੈਡ ਕਿ ਪਾਪਾ ਦੇ ਫਰੈਂਡਸ ਇੰਨੇ ਵਧੀਆ ਲਾਈਕ ਦੇ ਆਰ ਡੂਇੰਗ ਸੋ ਵੈਲ ਫॉर ਪੰਜਾਬ। ਬਿਲਕੁਲ। ਤੇ ਪਾਪਾ ਨੂੰ ਕਿਹਾ ਕਾਫੀਆਂ ਨਹੀਂ ਬਟ ਹਜੇ ਆਈ ਡੋਨਟ ਥਿੰਕ ਸੋ ਹੀ ਇਜ਼ ਨਾਟ ਪਲੈਨਿੰਗ ਟੂ ਰਾਈਟ ਨਾਓ ਵੈਂਚਰ ਇਨਟੂ ਪੋਲਿਟਿਕਸ। ਹਜੇ ਨਹੀਂ। All right. Acha, we have kind of reached the end of the interview because sama ho gaya. As always, I say कि sama ho gaya, नहीं तो ਅਸੀਂ ਤੇ ਗੱਲਾਂ ਕਰੀ ਜਾਣੀਆਂ ਸੀਗੀਆਂ, but sama ਥੋੜਾ ਜਿਹਾ ਸਾਡੇ ਕੋਲ limited ਹੁੰਦਾ ਹੈ, therefore we have to come towards the end of the interview. But ਇੰਨਾ ਵੀ ਮੈਂ ਜਾਣਦੀ ਹਾਂ ਕਿ ਤੁਸੀਂ ਦੋਨੋਂ ਭੈਣ ਭਰਾ ਹੈਗੇ ਹੋ ਤਾਂ ਤੁਹਾਡੇ ਭਰਾ ਦਾ ਵੀ ਰੁਝਾਅ ਹੈਗਾ ਮਿਊਜ਼ਿਕ ਵੱਲ ਨੂੰ, ਹੈ ਨਾ? ਹਾਂਜੀ ਹਾਂਜੀ। ਤੇ ਉਹਨਾਂ ਦੀ ਸਾਊਂਡ ਵੀ ਤੁਹਾਡੇ ਵਰਗੀ ਹੈ? ਮੇਰੇ ਨਾਲੋਂ ਵੀ ਜ਼ਿਆਦਾ ਖੁੱਲ ਕੇ ਗਾਉਂਦਾ ਹੈ ਉਹ ਚ ਤਾਂ ਬਹੁਤ amazing. Okay, he comes with lots and lots of power when he sings. Lovely. Have you seen him performing? ਹਜੇ he just completed his boards ਤੇ ਇਸ ਤੋਂ ਬਾਅਦ ਉਹਦੀ ਹੁਣ ਸ਼ੁਰੂ ਹੈ ਬਸ ਤਿਆਰੀ। he will also start going to the studios now. Lovely. So ਤੁਹਾਡਾ ਸਭ ਤੋਂ ਵੱਡਾ ਕ੍ਰਿਟਿਕ ਕੌਣ ਹੈ ਘਰੇ? I think it has to be my brother only. ਕਿਉਂਕਿ ਇਹ ਤਾਂ ਮਤਲਬ ਪ੍ਰੇਸ ਕਰ ਹੀ ਨਹੀਂ ਸਕਦੇ ਨਾ, ਜੇ ਇਹਨਾਂ ਨੇ ਪ੍ਰੇਸ ਕਰਤੀ ਨਾ ਮਤਲਬ that's it, I'm good. Really? That's the extreme level of power. ਇਹ ਨਹੀਂ ਇਹ ਮਰ ਜਾਣੇ ਨਾ ਕਦੇ ਮਤਲਬ ਅੱਜ ਮੈਂ ਤਿਆਰ ਤੂੰ ਓਵਰ ਨਹੀਂ ਹੋਈ ਮਤਲਬ ਜ਼ਿਆਦਾ ਨਹੀਂ ਤੂੰ ਅੱਛਾ ਇਹਨੇ ਤੇ ਚੰਗਾ ਬੋਲਣਾ ਨਹੀਂ। ਜੇ ਇਹ ਗਾਣਾ ਇਹਨੂੰ ਪਸੰਦ ਆ ਗਿਆ ਆਈ ਥਿੰਕ ਇਹਨਾਂ ਨੂੰ ਆਪਾਂ ਕਹਿੰਦੇ ਜੈਨ ਜ਼ੀ, ਸੋ ਜੇ ਇਹਨਾਂ ਨੂੰ ਗਾਣਾ ਪਸੰਦ ਆ ਗਿਆ ਬਸ ਫਿਰ that means it's true. Yeah. I've made it. Lovely. So that's a typical trait of a Punjabi brother, hai na? Yeah. Kadi pain nahi changa nahi kehna. No way. Ni shant na. Right. And tell me about your mom as well. I love my mom. I think she has been supporting me since I was kid. हर चीज च मैं ट्यूशन जाना मैंने मेरे नाल जान गए छोटे ਹੁੰਦੇ ਤੋਂ ਹੀ ਉਹਨਾਂ ਕਰਕੇ ਹੀ ਅੱਜ ਮੈਂ ਜੋ ਆ, ਉਹਨਾਂ ਕਰਕੇ ਹੀ ਮੇਰੇ ਡੈਡ ਅੱਜ ਜੋ ਨੇ ਉਹ ਨੇ। ਉਹਨਾਂ ਨੇ ਬਹੁਤ ਸਾਂਭਿਆ ਸਾਨੂੰ, ਪਾਪਾ ਨੂੰ ਬਹੁਤ ਸਾਂਭਿਆ ਇਨ ਹਿਜ਼ ਲੋਜ਼ ਐਂਡ ਅੱਜ ਵੀ ਆਈ ਥਿੰਕ ਜੇ ਅੱਜ ਮੈਂ ਤੁਹਾਡੇ ਸਾਹਮਣੇ ਗੱਲ ਕਰ ਰਹੀ ਹਾਂ ਆਈ ਥਿੰਕ ਦ ਹੋਲ ਪਰਸਨੈਲਿਟੀ ਇੱਕ ਹੁੰਦਾ ਨਾ ਕਿ ਯੂ ਆਰ ਰੇਜ਼ਡ ਲਾਈਕ ਦੈਟ, ਸੋ ਥੀਜ਼ ਵੈਲਿਊਜ਼ ਐਂਡ ਐਵਰੀਥਿੰਗ ਇਜ਼ all my mom. And एक चीज जी मैं म्यूजिक आज भी my mom wanted to be here but I was like mama सामने नहीं बैठना please let me like you know do my own thing te but yeah I think my mom is everything. I wouldn't be here without her. In everything, my education, I used to play sports. She used to you know stand there for hours and watch me play. Tennis खेलती सी मैं, फिर हुन भी like I started doing horse riding ते मम्मा ने वो 1.5 घंटा उदा ही बैठे रहना. She would not go back to home to look after or something. She would like just be in awe. Okay, she's my daughter. I think she's very proud of me and I will keep making my parents proud every day. And yeah. End of the speech. It was like, okay, thank you very much. Have a good day. But I love my parents. I know. I can see that. I'm a very, I can't live without them. मतलब इधर है कि मैं किते जाना भी even if I have to go for work or stuff,
ਉਹ ਮੈਨੂੰ ਕਹਿਣਗੇ ਚਲੇ ਜਾ ਕੱਲੀ, ਫਿਰ ਕੀ ਹੋ ਗਿਆ, ਇੱਥੇ ਤੱਕ ਹੀ ਜਾਣਾ ਹੈ, ਨਹੀਂ ਮੰਮਾ ਨਾਲ ਚੱਲੋ, ਨਹੀਂ ਪਾਪਾ ਨਾਲ ਚੱਲੋ. But you're of the age wherein, you know, generally there's a transition from loving your parents to loving this third person in life. So ਤੁਹਾਡੇ ਨਾਲ ਕੋਈ relationship hale tak, are you in a relationship? No, I'm not. You're a single person right now. But in future, if you were to develop a relationship or a set of feelings for somebody, what kind of a man do you want? I think आजकल honesty, loyalty बहुत rare है. Not just in terms of a man, but even in terms of friends. ਕਿ ਇਦਾਂ ਹੈ ਕਿ ਤੁਸੀਂ ਕਿਸੇ ਨੂੰ ਆਪਣਾ ਮੰਨ ਹੀ ਨਹੀਂ ਸਕਦੇ. ਉਹੀ ਜਿਵੇਂ ਮੈਂ ਕਹਿ ਰਹੀ ਸੀ ਤੁਹਾਨੂੰ ਕਿ my whole friends are also from my school. So ਤੁਹਾਡਾ ਤਾਂ ਸੀਗਾ ਵੀ ਗਰਲ ਸਕੂਲ, ਉੱਥੇ ਤੁਹਾਨੂੰ ਕੌਣ ਉਹੀ ਗੱਲ ਬਸ ਫਿਰ ਤਾਂ ਹੀ ਹੈ, ਦੇਖ ਲਓ ਤੁਸੀਂ ਮੈਨੂੰ ਕਿਵੇਂ ਪੁੱਛ ਲਿਆ. I know, I'm so sorry, but ਕੀ ਕਰਾਂ. You're moving on. ਕਾਲਜ ਮੈਂ ਜਾਂਦੀ ਨਹੀਂ, ਸਕੂਲ ਮੈਂ ਗਈ ਹਾਂ. I know. But what kind of a life partner do you want? Yeah, coming back to that, I think honesty, loyalty and ਸੋਹਣਾ ਹੋਵੇ. ਉਹ ਤਾਂ ਮੈਂਡੇਟ ਹੈ ਨਾ ਸਭ ਤੋਂ ਪਹਿਲਾਂ. ਸੋਹਣਾ ਹੋਵੇ, ਗੱਭਰੂ ਜਵਾਨ, you know. ਹਾਂ. Mustache? Yeah, 100%. Bearded? Yes. Yeah. Okay. Everything is yes. It has to be a 100% package. Yeah. And supportive of your career. Of course. Right. आजकल तो वैसे ही चलो इतना कुछ है नहीं कि वो वाला सिस्टम नहीं है कि हाँ पाबंदी है कि ये नहीं करना वो नहीं करना. Boys are very supportive. ਤੁਹਾਨੂੰ ਲੱਗਦਾ है there are a lot of people who don't support. Still there are females trying hard to build. बस फिर girls school. Fine. So that's Shahad Gill for you guys. ਮੈਨੂੰ ਲੱਗਦਾ ਕਿ ਬਹੁਤ ਪਿਆਰੀਆਂ ਗੱਲਾਂ ਅਸੀਂ ਇਹਨਾਂ ਦੇ ਨਾਲ ਕੀਤੀਆਂ ਅੱਜ, ਐਂਡ ਇਹਨਾਂ ਦੀ ਸ਼ਖਸੀਅਤ ਬਾਰੇ ਮੈਨੂੰ ਅੱਜ ਪਤਾ ਲੱਗਿਆ, ਤੁਹਾਨੂੰ ਵੀ ਪਤਾ ਲੱਗਿਆ ਹੋਣਾ, ਕਿਉਂਕਿ ਸ਼ਾਹਦ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਪਬਲਿਕਲੀ ਕਿਸੇ ਨਾਲ ਗੱਲ ਨਹੀਂ ਕੀਤੀ ਇਹਨਾਂ ਨੇ, ਤੇ ਐਜ਼ ਸ਼ਾਹਦ ਮੈਂ ਇਹਨਾਂ ਨੂੰ ਜਾਣਿਆ ਅੱਜ, ਤੇ ਹਰਭਜਨ ਸ਼ੇਰਾ ਜੀ ਦੀ ਬੇਟੀ ਦੇ ਤੌਰ ਤੇ ਬਾਅਦ ਚ ਜਾਣਿਆ, ਪਹਿਲਾਂ ਮੈਂ ਸ਼ਾਹਦ ਦੇ ਤੌਰ ਤੇ ਜਾਣਿਆ, ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਜਿਹੜੀ ਤੁਹਾਡੀ ਲੈਗੇਸੀ ਹੈਗੀ ਹੈ ਉਹਨੂੰ ਜਿੰਨੀ ਕਿ ਪਾਵਰ ਤੁਸੀਂ ਦੇ ਰਹੇ ਹੋ ਉਹਦੇ ਨਾਲ ਹੋਰ ਅੱਗੇ ਤੇ ਫਾਰਵਰਡ ਲੈ ਕੇ ਜਾਓ, ਐਂਡ ਸਾਡੀਆਂ ਦੁਆਵਾਂ ਤੁਹਾਡੇ ਨਾਲ ਜਾਂਦੇ ਜਾਂਦੇ. ਇੱਕ ਪਿਆਰਾ ਜਿਹਾ ਗੀਤ ਕੋਈ ਵੀ ਜਿਹੜਾ ਤੁਸੀਂ ਗੁੰਗੁਣਾਉਂਦੇ ਹੋ, ਆਰ ਯੂ ਨੋ ਲਿਸਨਿੰਗ ਟੂ ਐਨੀ ਡਿਫਰੈਂਟ ਕਾਈਂਡ ਆਫ ਮਿਊਜ਼ਿਕ ਜਿਹੜਾ ਹਾਲੇ ਤੱਕ ਅਸੀਂ ਨਹੀਂ ਸੁਣਦੇ, ਕਿਉਂਕਿ ਅਸੀਂ ਤਾਂ ਉਹੀ ਸੁਣਦੇ ਜਿਹੜੇ ਨਾਰਮਲ ਚੱਲਦੇ ਨੇ. ਤੁਹਾਨੂੰ ਕੋਈ ਐਸਾ ਗਾਣਾ ਜਿਹੜਾ ਤੁਹਾਨੂੰ ਬਹੁਤ ਪਸੰਦ ਹੋਵੇ ਬਟ ਇਟਸ ਨਾਟ ਦੈਟ ਟ੍ਰੈਂਡਿੰਗ? ਆਈ ਲਵ Sardul Sikandar ji. My father has grown up listening to Sardul Sikandar ji, and he was very very close to Papa. But I feel very unlucky कि मैं उन्होंने हजे मिल नहीं पाई हजे तक. But मेरे father दी सारी musical journey वो गाँदे आए हैं Sardul Sikandar ji दे songs. ते मैं ਜਦੋਂ ਗਾਣੇ I was in my teenage, I used to listen to the songs. ਉਹਨਾਂ ਨੇ ਗਾਣਾ ਕੱਢਿਆ ਸੀ ਇੱਕ ਪ੍ਰੋਫੈਸੀ ਨਾਲ. ਅੱਛਾ. ਬਹੁਤ ਬਿਊਟੀਫੁਲ ਗਾਣਾ ਸੀ ਉਹ ਮੇਰਾ this is that the part that he sang, mind blowing. It just hit me here. Yeah. ਚੀਖ ਚੀਖ ਮੌਲਾ ਅਸੀਂ ਕੀਤੀਆਂ ਦੁਆਵਾਂ, ਸੁਣੀਆਂ ਕਿਸੇ ਨਾ ਰੂਹ ਦੀਆਂ ਹਵਾ, ਸੜੇ ਅੱਗਾਂ ਵਿੱਚ ਪੈਰ ਤੇਰਾ ਲੱਭਦਾ ਨਾ ਸ਼ਹਿਰ, ਦੱਸ ਕਿਹੜੇ ਪਾਸੇ ਜਾਵਾਂ, ਦੋਸ਼ ਕਿਹਦੇ ਉੱਤੇ ਲਾਵਾਂ, ਖੰਜਰਾਂ ਦੇ ਵਿੱਚ ਗੀਤ ਬਿਰਹੂ ਦੇ ਗਾਵਾਂ, ਬੰਦ ਖੁਸ਼ੀਆਂ ਦੇ ਦੂਹੇ ਦੁੱਖ ਚੱਲੀਆਂ ਨੇ ਸਾਹਾਂ, ਮੌਲਾ ਮੇਰਾ ਜਾਣੇ ਤੂੰ ਵੀ ਜਾਣਦਾ ਨੀ, ਬਹਿ ਗਿਆ ਮੁਹੱਬਤਾਂ ਚ ਹਾਰ ਕੇ, ਮੌਲਾ ਮੇਰਾ ਜਾਣੇ ਤੂੰ ਵੀ ਜਾਣਦਾ ਨੀ, ਪਿਆਰ ਨੂੰ ਮੈਂ ਦੁਨੀਆ ਤੋਂ ਵਾਰ ਕੇ. Lovely. That's मेरा quite scale change हो गया. Boys ਦਾ scale ਸੀ ਉਹ different ਹੁੰਦਾ ਹੈ. I remember that song now. But ਜੇ ਅਸੀਂ ਗੱਲ ਕਰੀਏ, ਕਿਉਂਕਿ ਤੁਸੀਂ ਬੰਬੇ ਦੇ ਲੇਬਲ ਦੇ ਨਾਲ ਹੁਣ ਇਸ ਟਾਈਮ ਤੇ ਕੰਮ ਕਰ ਰਹੇ ਹੋ, ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹਿੰਦੀ ਦੇ ਵਿੱਚ ਵੀ ਗਾਣੇ ਗਾਓ. ਵੈਸੇ ਤੁਹਾਡੀ ਹਿੰਦੀ ਕਿੱਦਾਂ ਦੀ ਹੈ? Good. अच्छी ठीक बोल लेती हूँ मैं. ठीक बोल लेते हो आप? अच्छा ठीक है. So हिंदी ਦੇ ਵਿੱਚ ਕੋਈ ਐਸਾ ਗਾਣਾ ਜਿਹੜਾ ਤੁਹਾਨੂੰ ਬਹੁਤ ਪਸੰਦ ਹੋ? Yeah, I think ਕੱਲਾ ਮੈਨੂੰ ਨਹੀਂ, every the song has been showered with so much love.
ਤੇ ਉਹੀ ਗਾਣਾ ਗਾਉਂਗੀ ਮੈਂ ਵਿਸ਼ਾਲ ਮਿਸ਼ਰਾ ਦਾ Okay. ਪਹਿਲੇ ਵੀ ਮੈਂ Lovely. Okay. Okay. तुम्हारे बदन की महक ख्वाब सी है, मैं चाहूं कि इसमें ही सोई रहूं, मैं सुबह हो को शामों मैं अपनी छुपा के तेरे साथ शामों मैं खोई रहूं, सारा दिन बस तुझे देखते देखते पहले भी मैं तुमसे मिली हूँ, पहली दफा ये मिलके लगा तूने छुआ जख्म को मेरे, मरहम मरहम दिल पे लगा, पागल पागल है थोड़े बादल, बादल है दोनों खुल के पर से भीगे या जरा, पहले भी मैं तुमसे मिली हूँ, पहली दफा ये मिल के लगा तूने छुआ जख्मों को मेरे, मरहम मरहम दिल पे लगा. Wow. Very nice, very nice, very nice. God bless you, and thank you very much for ending it at such a high note. How sweet. So thank you, Shahat, for talking to us. It was a pleasure having you on the show. It was a pleasure having This it was a pleasure to be this conversation and to be here. I'm lucky कि मेरी पहली इंटरव्यू थोड़े नाल शुरू हुई and it didn't feel like an interview, honestly. It was just like I'm sitting with someone who's very close to me. And I loved being here. Thank you. So I hope ਜਿਹੜੀ ਕਨਵਰਸੇਸ਼ਨ ਮੇਰੀ ਸ਼ਾਹਦ ਦੇ ਨਾਲ ਹੋਈ ਹੈ ਤੁਹਾਨੂੰ ਵੀ ਬਹੁਤ ਅੱਛੀ ਲੱਗੀ ਹੋਣੀ, ਕਿਉਂਕਿ ਮੈਨੂੰ ਇਹਨਾਂ ਦੀ ਸ਼ਖਸੀਅਤ ਨਾਲ ਇੱਕ ਤਰੀਕੇ ਨਾਲ ਪਿਆਰ ਹੋ ਗਿਆ. ਸੋ ਮੇਰੀ ਤਾਂ ਫੁੱਲ ਸਪੋਰਟ ਹੈ ਜੀ ਕੁੜੀ ਨੂੰ, ਤੇ ਤੁਹਾਡੀ ਵੀ ਉਮੀਦ ਕਰਦੇ ਹਾਂ ਕਿ ਸਪੋਰਟ ਹੋਊਗੀ, ਤੇ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਸ਼ਖਸੀਅਤਾਂ ਦੇ ਨਾਲ ਮੈਂ ਤੁਹਾਨੂੰ ਰੂਬਰੂ ਕਰਾਂਦੀ ਰਹੂੰਗੀ. ਤੁਸੀਂ ਦੇਖਦੇ ਰਹੋ ਦ ਗੁਰਲੀਨ ਕੌਰ ਸ਼ੋ ਓਨਲੀ ਔਨ ਕੈਨ ਪੰਜਾਬ. ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ ਜੀ.